ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਾਰੇ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਚੌਪਈ। ਤਬ ਨਬਾਬ ਨਉ ਯਉ ਫੁਰਮਾਇਓ, ਬੰਦ ਬੰਦ ਅਬ ਜੁਦਾ ਕਰਾਇਓ। ਚੰਡਾਲਨ ਸਿੰਘ ਤੁਰਤ ਫੜਾਇਆ, ਨਿਖਾਸ ਚੌਂਕ ਕੇ ਵਿੱਚ ਬਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਸਜੇ ਦੀਵਾਨਾਂ ਵਿੱਚ ਗੁਰੂ ਇਤਿਹਾਸ ਦਾ ਮਹਾਨ ਆਨੰਦ ਮਾਣ ਰਹੇ ਸੀ ਆਪ ਜੀ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਤੇ ਢਾਡੀ ਸਿੰਘਾਂ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ, ਸਤਿਗੁਰਾਂ ਦੇ ਪਰਉਪਕਾਰ ਦੇ ਬੇਅੰਤ ਹੀ ਪ੍ਰਸੰਗ ਹਨ। ਆਦਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਔਰ ਖਾਲਸਾ ਪੰਥ ਦਾ ਅੱਜ ਤੱਕ ਦਾ ਜੋ ਇਤਿਹਾਸ ਹੈ, ਉਹ ਪਰਉਪਕਾਰ ਦੇ ਵਾਸਤੇ ਹੈ। 10ਵੇਂ ਪਾਤਸ਼ਾਹ ਦੇ ਬਚਨ ਨੇ ਆਇਆ ਤਾ ਕਾ ਸਫਲ ਹੈ, ਪਰਉਪਕਾਰੀ ਹੋਏ। ਦੁਖ ਸਹਿ ਸਿਰ ਆਪਣੇ, ਸੁਖਦਾਈ ਸਭ ਕੋਏ। ਉਸ ਮਹਾਂਪੁਰਸ਼ ਦਾ ਦੁਨੀਆ ਤੇ ਆਉਣਾ ਸਫਲ ਹੁੰਦਾ ਹੈ, ਜਿਹੜਾ ਪਰਉਪਕਾਰ ਵਾਸਤੇ ਆਪਣੇ ਸਿਰ ਤੇ ਕਸ਼ਟ ਸਹਿ ਲੈਂਦਾ ਹੈ, ਦੂਜਿਆਂ ਨੂੰ ਸੁਖ ਦਿੰਦਾ ਹੈ। ਐਸੀ ਪਵਿੱਤਰ ਆਤਮਾ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਦੀਵਾਲੀ ਦਾ ਮੇਲਾ ਹਰ ਸਾਲ ਸ੍ਰੀ ਅੰਮ੍ਰਿਤਸਰ ਲੱਗਦਾ ਹੈ, ਜੋ ਗੁਰੂ ਸਾਹਿਬ 6ਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ 52 ਰਾਜਿਆਂ ਨੂੰ ਛੁਡਾ ਕੇ ਔਰ ਚੰਦੂ ਵਰਗੇ ਦੁਸ਼ਟਾਂ ਨੂੰ ਨੱਥ ਪਾ ਕੇ ਵਾਪਸ ਆਏ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ। ਔਰ ਉਸ ਵੇਲੇ ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੇ ਹੁਕਮ ਨਾਲ ਗੁਰੂ ਕੀਆਂ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਸਰੋਵਰ ਦੇ ਉੱਤੇ ਅਤੇ ਨਗਰ ਦੇ ਵਿੱਚ ਦੀਪਮਾਲਾ ਕੀਤੀ ਸੀ। ਉਸ ਦੀਵਾਲੀ ਦਾ ਮਹਾਨ ਪੂਰਬ ਸਦੀਆਂ ਤੋਂ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਜਾਂਦਾ ਆ ਰਿਹਾ ਹੈ। ਅੱਜ ਵੀ ਉੱਥੇ ਵੱਡਾ ਭਾਰੀ ਜੋੜ ਮੇਲਾ ਹੈ। ਸਿੱਖ ਪੰਥ ਦੀਆਂ ਸਾਰੀਆਂ ਹੀ ਸੰਪਰਦਾਵਾਂ, ਖਾਲਸਾ ਪੰਥ ਦੇ ਸਾਰੇ ਜਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਦੀਪਮਾਲਾ ਦਾ ਜੋੜ ਮੇਲਾ ਕਰਦੇ। ਕੱਲ੍ਹ ਨੂੰ ਮਹੱਲਾ ਵੀ ਨਿਕਲੇਗਾ। ਸਮਾਪਤੀ ਦੇ ਉੱਤੇ ਵੱਡੇ ਭਾਰੀ ਦੀਪਮਾਲਾ ਦੇ ਸਮਾਗਮ ਹੁੰਦੇ ਹੈ। ਸੋ ਖਾਲਸਾ ਜੀ, ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਮੇਂ ਕੁਝ ਸਮੇਂ ਤੋਂ ਦੀਪਮਾਲਾ ਦਾ ਜੋੜ ਮੇਲਾ ਨਹੀਂ ਸੀ ਲੱਗ ਸਕਿਆ। ਕਾਰਨ ਇਹ ਬਣਿਆ ਸੀ ਕਿ ਖਾਲਸਾ ਉਦੋਂ ਜੰਗਲਾਂ ਵਿੱਚ ਚਲਾ ਗਿਆ, ਸਰਕਾਰ ਦਾ ਡੰਗ ਤੇਜ਼ ਹੋ ਗਿਆ, ਬਹੁਤ ਸਾਰੇ ਸਿੰਘ ਸ਼ਹੀਦ ਕੀਤੇ ਗਏ। ਅੰਮ੍ਰਿਤਸਰ ਡਰਦੀਆਂ ਹੋਈਆਂ ਸੰਗਤਾਂ ਦਰਸ਼ਨਾਂ ਤੋਂ ਵੀ ਨਹੀਂ ਸੀ ਆ ਸਕਦੀਆਂ, ਵਾਂਝੀਆਂ ਰਹਿੰਦੀਆਂ ਸਨ। ਜਾਂ ਰਾਤ ਬਰਾਤੇ ਸਿੱਖ ਆ ਕੇ ਇਸ਼ਨਾਨ ਕਰ ਜਾਇਆ ਕਰਦੇ ਸਨ। ਐਸੇ ਸਮੇਂ ਵਿੱਚ
ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਨੇ ਮੇਲਾ ਲਵਾਉਣ ਵਾਸਤੇ ਉਪਰਾਲਾ ਕੀਤਾ, ਪਰ ਮੇਲਾ ਤੁਰਕਾਂ ਦੀ ਨੀਤੀ ਕਰਕੇ ਲੱਗ ਨਹੀਂ ਸਕਿਆ, ਕਿਉਂਕਿ ਤੁਰਕਾਂ ਨੇ ਫੌਜ ਇਤਨਾ ਜ਼ਿਆਦਾ ਭੇਜ ਦਿੱਤੀ ਕਿ ਸੰਗਤਾਂ ਨੂੰ ਭਾਈ ਮਨੀ ਸਿੰਘ ਜੀ ਨੇ ਵਾਪਸ ਚਲੇ ਜਾਣ ਦਾ ਅੰਦਰੋਂ ਇਸ਼ਾਰਾ ਕਰ ਦਿੱਤਾ। ਔਰ ਤੁਰਕਾਂ ਦੀ ਫੌਜ ਰਾਮ ਥੰਮਣ ਬੈਠੀ ਸੀ ਤੇ ਇਧਰ ਸਿੱਖਾਂ ਦੀ ਫੌਜ ਸੀ। ਭਾਈ ਮਨੀ ਸਿੰਘ ਨੇ ਆਖਿਆ ਵੀ ਜੇ ਦੋਵੇਂ ਫੌਜਾਂ ਨੇੜੇ ਹੋਣਗੀਆਂ, ਜੰਗ ਹੋਵੇਗਾ, ਤੁਸੀਂ ਚਲੇ ਜਾਓ। ਜਿਹੜੇ ਸਿੰਘ ਨਹੀਂ ਸੀ ਆਏ ਉਹ ਤਾਂ ਪਿੱਛੇ ਮੁੜ ਗਏ, ਜਿਹੜੇ ਆਏ ਹੋਏ ਉਹ ਵੀ ਚਲੇ ਗਏ। ਥੋੜੇ ਜਿਹੀਆਂ ਫੌਜਾਂ, ਥੋੜੇ ਜਿਹੇ ਸਿੱਖ ਤੁਰਕਾਂ ਨੇ ਕਾਬੂ ਕਰ ਲਏ। ਭਾਈ ਸਾਹਿਬ ਮਨੀ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਲਾਹੌਰ ਲੈ ਗਿਆ ਮੋਮਨ ਖਾਨ, ਔਰ ਇਹਨਾਂ ਨੇ ਭਾਈ ਸਾਹਿਬ ਉੱਤੇ ਫਤਵਾ ਲਾਇਆ ਵੀ ਇਹਨਾਂ ਨੇ ਸ਼ਰਅ ਦੀ ਉਲੰਘਣਾ ਕੀਤੀ ਹੈ, ਸਰਕਾਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਇਹਨਾਂ ਦੇ ਬੰਦ ਕੱਟੇ ਜਾਣ। ਕਿਉਂਕਿ ਜਿਵੇਂ ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖਿਆ, ਕਾਜੀ ਨੇ ਆਖਿਆ ਸੀ, ਕਿਉਂਕਿ ਇਹ ਸਿੰਘ ਪੰਥ ਕਾ ਮੁਖੀਆ ਸਿੰਘਨ ਤਾਈ ਸਿਖਾਵਤ, ਇਹ ਸਿੰਘਾਂ ਦਾ ਮੁਖੀਆ ਹੈ, ਸਿੰਘਾਂ ਨੂੰ ਸਿਖਾਉਂਦਾ ਹੈ, ਇਹ ਕਾਫਰ ਬਣਾਉਂਦਾ ਹੈ, ਕਾਫਰਾਂ ਨੂੰ ਪੈਦਾ ਕਰਦਾ ਹੈ, ਕਾਫਰਾਂ ਦੀ ਮਾਂ ਹੈ। ਇਹ ਕਹਿ ਕੇ ਭਾਈ ਮਨੀ ਸਿੰਘ ਦੇ ਬੰਦ ਕੱਟਣ ਦਾ ਹੁਕਮ ਕਾਜੀ ਨੇ ਦਿੱਤਾ। ਭਾਈ ਸਾਹਿਬ ਪਹਿਲਾਂ ਹੀ ਭਾਈ ਮਨੀ ਸਿੰਘ ਨੂੰ ਹੁਕਮ ਸੀ ਪੰਥ ਦਾ ਵੀ ਬੰਦ ਕਟਵਾਣੇ ਪੈਣਗੇ, ਉਹ ਹੁਕਮ ਪਹਿਲਾਂ ਹੀ ਸਮਝੀ ਬੈਠੇ ਸਨ। ਜਦੋਂ ਕਾਜੀ ਦੇ ਮੂੰਹ ਤੋਂ ਫਤਵਾ ਸੁਣਿਆ, ਪ੍ਰਸੰਨ ਹੋਏ, ਕਹਿਣ ਲੱਗੇ ਜੋ ਮੇਰੇ ਗੁਰੂ ਦਾ ਹੁਕਮ ਹੈ ਉਹੀ ਤੁਹਾਡੀ ਰਸਨਾ ਤੋਂ ਨਿਕਲ ਰਿਹਾ। ਖਾਲਸਾ ਪੰਥ ਮੇਰਾ ਗੁਰੂ ਹੈ, ਕਿਉਂਕਿ ਖਾਲਸਾ ਜੀ ਅੱਜ ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੈ ਵੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨੇ ਤੇ ਉਹ ਬੋਲਦੇ ਕੋਈ ਨਹੀਂ, ਪਰ ਦਸਵੇਂ ਪਾਤਸ਼ਾਹ ਨੇ ਗ੍ਰੰਥ ਤੇ ਪੰਥ ਦੋਵਾਂ ਨੂੰ ਗੁਰਤਾ ਦਿੱਤੀ ਹੈ। ਗ੍ਰੰਥ ਪੰਥ ਗੁਰਮਾਨੀ ਹੈ, ਜਿਹੜਾ ਗੁਰੂ ਦਾ ਪੰਥ ਹੈ ਇਹ ਵੀ ਗੁਰੂ ਦਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਾਲਸਾ ਪੰਥ ਹੀ ਸਾਰੀ ਜ਼ਿੰਮੇਵਾਰੀ ਨਿਭਾਉਂਦਾ ਆ ਰਿਹਾ ਹੈ, ਗੁਰੂ ਦਾ ਰੂਪ ਹੈ। ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜਾਂ ਸਿੰਘਾਂ 'ਚ ਮੇਰਾ ਵਾਸਾ, ਦਸਵੇਂ ਪਾਤਸ਼ਾਹ ਦੇ ਬਚਨ ਨੇ। ਸੋ ਖਾਲਸਾ ਜੀ ਜਦੋਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਕੱਟਣ ਦਾ ਹੁਕਮ ਹੋਇਆ, ਆਪ ਜੀ ਨੇ ਖੁਸ਼ੀ ਮਨਾਈ। ਵੱਡਾ ਸਪੁੱਤਰ ਚਿੱਤਰ ਸਿੰਘ ਉਹ ਵੀ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਉਹਦੀ ਉਮਰ ਵੀ ਉਸ ਵੇਲੇ 60-65 ਸਾਲ ਦੀ ਸੀ। ਭਾਈ ਸਾਹਿਬ ਦੀ ਪੂਰੀ ਉਮਰ 90 ਸਾਲ ਹੋਈ ਹੈ। 1644 ਦੇ ਵਿੱਚ ਆਪ ਦਾ ਜਨਮ ਹੋਇਆ, 1734-35 ਜੇ ਸ਼ਹੀਦੀ ਪਾਈ ਹੈ। ਸੋ ਖਾਲਸਾ ਜੀ 90 ਸਾਲ ਦੀ ਉਮਰ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦੀ ਪਾ ਰਹੇ ਨੇ। ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਇੱਕ ਭਾਈ ਗੁਲਜ਼ਾਰਾ ਸਿੰਘ ਸੀ, ਭਾਈ ਮਨੀ ਸਿੰਘ ਦੇ ਨਾਲ ਵਿਦਿਆ ਪੜ੍ਹਨ ਵਾਲੇ ਉਹਨਾਂ ਦੇ ਵਿਦਿਆਰਥੀਆਂ ਸਿੰਘਾਂ ਵਿੱਚੋਂ, ਉਹਦੀ ਪੁੱਠੇ ਟੰਗ ਕੇ ਖੱਲ ਲਾਈ ਗਈ, ਪੁੱਠੀ ਖੱਲ ਲਾਈ ਜਿਉਂਦੇ ਦੀ। ਇੱਦਾਂ ਸਾਰੇ ਸਿੰਘ ਸ਼ਹੀਦ ਕੀਤੇ ਗਏ। ਅਖੀਰ ਭਾਈ ਸਾਹਿਬ ਨੂੰ ਨਖਾਸ ਚੌਂਕ ਵਿੱਚ ਬਿਠਾ ਕੇ ਸ਼ਹੀਦ ਕੀਤਾ। ਉਹ ਕਥਾ ਅੱਜ ਦੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋ। ਸਾਰੀ ਸੰਗਤ ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਨਵਾਬ ਨਉ ਯਉ ਫਰਮਾਇਓ। ਤਾਂ ਨਵਾਬ ਇਸ ਤਰ੍ਹਾਂ ਕਹਿਣ ਲੱਗਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਫਤਵਾ ਦੇ ਕੇ ਬੰਦ ਅਬ ਜੁਦਾ ਕਰਾਇਓ। ਕਿ ਇਸ ਸਿੱਖ ਦੇ ਭਾਈ ਮਨੀ ਸਿੰਘ ਦੇ ਬੰਦ ਕੱਟ ਦਿਓ। ਚੰਡਾਲਨ ਸਿੰਘ ਤੁਰਤ ਫੜਾਇਆ। ਸਾਧ ਸੰਗਤ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਚੰਡਾਲਾਂ ਦੇ ਜਲਾਦਾਂ ਦੇ ਹਵਾਲੇ ਕੀਤਾ ਗਿਆ। ਨਿਖਾਸ ਚੌਂਕ ਕੇ ਵਿੱਚ ਬਹਾਇਆ। ਲਾਹੌਰ ਸ਼ਹਿਰ ਦੇ ਵਿੱਚ ਇੱਕ ਨਿਖਾਸ ਚੌਂਕ ਹੈ, ਸਮਝੋ ਇਹ ਸਿੱਖਾਂ ਦੀ ਕਤਲਗਾਹ ਹੈ। ਨਖਾਸ ਚੌਂਕ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਨੇ। ਸ਼ਰੇਆਮ ਚੌਂਕ 'ਚ ਬਹਾ ਕੇ ਸ਼ਹੀਦ ਕੀਤਾ ਜਾਂਦਾ ਸੀ ਵੀ ਦੂਜੇ ਡਰ ਜਾਣ, ਕੋਈ ਸਰਕਾਰ ਦੇ ਖਿਲਾਫ ਬਗਾਵਤ ਨਾ ਕਰੇ। ਇਸ ਕਰਕੇ ਸ਼ਰੇਆਮ ਭਾਈ ਮਨੀ ਸਿੰਘ ਨੂੰ ਚੌਂਕ ਦੇ ਵਿੱਚ, ਨਖਾਸ ਚੌਂਕ ਦੇ ਵਿੱਚ ਬਿਠਾਇਆ ਗਿਆ। ਚੰਡਾਲ ਬੰਦ ਤਬ ਚਾਰ ਬਤਾਏ। ਚੰਡਾਲ ਨੇ, ਜਲਾਦ ਨੇ ਟੋਕਾ ਫੜ ਲਿਆ
ਲੱਕੜ ਦੀ ਮੁੱਢੀ ਥੱਲੇ ਰੱਖ ਲਈ, ਜਿਹਦੇ ਤੇ ਰੱਖ ਕੇ ਬੰਦ-ਬੰਦ ਕੱਟੇ ਜਾਣੇ ਸੀਗੇ। ਆਲੇ ਦੁਆਲੇ ਸਖਤ ਪਹਿਰਾ ਲਾਇਆ ਗਿਆ ਤੇ ਖਾਲਸਾ ਜੀ ਹਜ਼ਾਰਾਂ ਲੋਕ ਇਹ ਤਮਾਸ਼ਾ ਦੇਖਣ ਲਈ ਸੱਦੇ ਗਏ ਵੀ ਦੇਖੋ ਸਿੱਖ ਨੂੰ ਸ਼ਹੀਦ ਕੀਤਾ ਜਾਣਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਚੌਂਕੜਾ ਮਾਰ ਕੇ ਬੈਠ ਗਏ ਨੇ। ਗੁਰੂ ਕੀ ਬਾਣੀ ਦਾ ਪਾਠ ਆਰੰਭ ਕਰ ਦਿੱਤਾ ਹੈ। ਮਨ ਪਰਮੇਸ਼ਰ ਨਾਲ ਜੁੜਿਆ, ਦੇਹ ਤੋਂ ਵਿਦੇ ਹੋ ਚੁੱਕੇ ਨੇ, ਕਿਉਂਕਿ ਗੁਰੂ ਦੀ ਬਾਣੀ 'ਚ ਸ਼ਕਤੀ ਹੈ ਵੀ ਬੰਦਾ ਆਪਣੇ ਆਪ ਨੂੰ ਆਪਣੇ ਸਰੀਰ ਤੋਂ ਵੱਖਰਾ ਸਮਝ ਲੈਂਦਾ, ਜਾਣ ਲੈਂਦਾ। ਉਹਨੂੰ ਇਹ ਸਮਝ ਆ ਜਾਂਦੀ ਵੀ ਇਹ ਬੋਲਣ ਵਾਲਾ ਭੌਰ ਕੋਈ ਹੋਰ ਹੈ ਤੇ ਇਹ ਜਿਹੜਾ ਮਿੱਟੀ ਦਾ ਭਾਂਡਾ ਇਹ ਹੋਰ ਹੈ। ਸਾਨੂੰ ਇਹ ਹੀ ਹੈ ਵੀ ਸਾਡਾ ਸਰੀਰ ਹੀ ਸਾਡਾ ਰੂਪ ਅਸੀਂ ਮੰਨੀ ਬੈਠੇ ਹਾਂ। ਬ੍ਰਹਮ ਗਿਆਨੀ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਕਰ ਲੈਂਦੇ ਆ। ਭਾਈ ਸਾਹਿਬ ਮਨੀ ਸਿੰਘ ਜੀ ਬੈਠ ਗਏ ਔਰ ਬਾਣੀ ਦੇ ਜਾਪ ਵਿੱਚ ਸੁਰਤੀ ਜੋੜ ਲਈ। ਜਲਾਦ ਨੇ 4 ਜੋੜ ਮੰਨੇ, ਇੱਕ ਤਾਂ ਆ ਗੁੱਟ ਦਾ, ਇਹ ਕੋਹਣੀਆਂ ਦਾ, ਗਿੱਟੇ ਦਾ, ਗੋਡੇ ਦਾ। ਇਹ ਕਹਿੰਦੇ ਚਾਰ ਜਿਹੜੇ ਟੋਕਾ ਮਾਰਾਂਗਾ ਤੇ 4 ਟੋਟੇ ਕਰ ਦਿਆਂਗਾ। ਜਲਾਦ ਨੇ ਇਹ ਸੋਚ ਕੇ ਤਿਆਰੀ ਕੀਤੀ ਹੈ। ਬਾਹਾਂ ਟੰਗਾ ਕਰੋ ਜੁਦਾਈ। ਕਾਜੀ ਨੇ ਕਹਿਦਾ ਇਹਦੀਆਂ ਬਾਹਾਂ ਵੱਖਰੀਆਂ ਕਰ ਦਿਓ, ਲੱਤਾਂ ਵੱਖਰੀਆਂ ਕਰ ਦਿਓ, ਕੱਟ ਦਿਓ, ਜੁਦਾ ਕਰ ਦਿਓ। ਤਬਹਿ ਮਨੀ ਸਿੰਘ ਉਨ ਸੋ ਕਹੀ। ਜਲਾਦ ਆਪਸ ਚ ਗੱਲਾਂ ਕਰ ਰਹੇ ਨੇ ਵੀ ਕਿੱਥੋਂ ਸ਼ੁਰੂ ਕਰੀਏ। ਵੱਡਾ ਜਲਾਦ ਕਹਿੰਦਾ ਗੁੱਟ ਤੋਂ ਵੱਢਣਾ ਸ਼ੁਰੂ ਕਰੋ। ਜਦੋਂ ਜਲਾਦਾਂ ਦੀ ਇਹ ਗੱਲ ਸੁਣੀ ਤਾਂ ਭਾਈ ਸਾਹਿਬ ਮਨੀ ਸਿੰਘ ਜੀ ਬੋਲੇ, ਤੁਮ ਬੰਦ ਕੋ ਜਾਣਤ ਨਹੀਂ। ਭਾਈ ਸਾਹਿਬ ਜਲਾਦ ਨੂੰ ਕਹਿੰਦੇ ਆ, ਜਲਾਦ ਤੈਨੂੰ ਪਤਾ ਨਹੀਂ ਬੰਦ ਹੁੰਦੇ ਕੀ ਨੇ? ਤੁਮ ਬੰਦ ਕੋ ਜਾਣਤ ਨਹੀਂ, ਤੁਹਾਨੂੰ ਬੰਦਾਂ ਦਾ ਪਤਾ ਨਹੀਂ ਬੰਦ ਕਹਿੰਦੇ ਕਿਹਨੂੰ ਨੇ? ਜੋੜ ਕਿਹਨੂੰ ਕਹਿੰਦੇ ਆ? ਸਰੀਰ ਦੇ ਕਿੰਨੇ ਜੋੜ ਹੁੰਦੇ ਆ? ਤੂੰ ਕਹਿੰਦਾ 4 ਬਾਹਾਂ ਦੇ 4 ਲੱਤਾਂ ਦੇ ਕੱਢ ਦਿਓ। ਤੈਨੂੰ ਇਹਦਾ ਮਤਲਬ ਹੈ ਵੀ ਬੰਦਾਂ ਬਾਰੇ ਜਾਣਕਾਰੀ ਨਹੀਂ ਹੈ। ਮੈਂ ਬੰਦ ਨਿਜ ਦਿਓ ਬਤਾਈ। ਮੈਂ ਬੰਦ ਕਟਵਾਣ ਆਇਆ, ਮੇਰੇ ਮਾਲਕ ਦਾ ਹੁਕਮ ਹੈ ਬੰਦ ਕਟਾਣ ਦਾ। ਔਰ ਤੇਰਾ ਮਾਲਕ, ਤੇਰੇ ਮਾਲਕ ਦਾ ਤੈਨੂੰ ਹੁਕਮ ਦੇ ਰਿਹਾ ਕਿ ਸਿੱਖ ਦੇ ਬੰਦ ਕੱਟਣੇ। ਜੇ ਮੈਂ ਆਪਣੇ ਮਾਲਕ ਦਾ ਹੁਕਮ ਮੰਨਣ ਲਈ ਤਿਆਰ ਹਾਂ, ਤੂੰ ਕਿਉਂ ਆਪਣੇ ਮਾਲਕ ਦਾ ਹੁਕਮ ਅਦੂਲੀ ਕਿਉਂ ਕਰਦਾ? ਮੈਂ ਦੱਸਦਾ ਬੰਦ ਕੀ ਹੁੰਦੇ ਆ। ਭਾਈ ਮਨੀ ਸਿੰਘ ਆਪ ਦੱਸ ਰਹੇ ਹੈ ਵੀ ਬੰਦ ਉਹ ਨਹੀਂ ਜਿਹੜੇ ਤੂੰ ਸਮਝੀ ਬੈਠਾ ਵੀ ਗੁੱਟ ਤੇ ਮਾਰੋ, ਕੋਹਣੀ ਤੇ ਮਾਰੋ, ਮੋਢੇ ਤੇ ਬਾਹ ਲੈ ਗਈ। ਦੂਜਾ ਪਾਸਾ ਵੀ ਇਦਾਂ ਵੱਢ ਦਿਓ, ਫਿਰ ਖੱਬੀ ਲੱਤ ਸੱਜੀ ਲੱਤ ਇਦਾਂ ਵੱਢ ਦਿਓ ਤੇ ਕੰਮ ਫਤਿਹ ਹੋ ਜੇ। ਇਹ ਨਹੀਂ ਗੱਲ। ਕਹਿੰਦੇ ਮੈਂ ਦੱਸਾਂਗਾ ਵੀ ਬੰਦ ਕਹਿੰਦੇ ਕਿਹਨੂੰ ਨੇ। ਤੇ ਮੈਂ ਤੂੰ ਛੁਰੀ ਚਲਾਈ। ਭਾਈ ਸਾਹਿਬ ਕਹਿੰਦੇ ਜਿਵੇਂ ਮੈਂ ਬੰਦ ਰੱਖਾਂਗਾ ਤੈਨੂੰ ਦੱਸਾਂਗਾ, ਤੂੰ ਉਸੇ ਤਰ੍ਹਾਂ ਟੋਕਾ ਚਲਾਣਾ, ਆਪਣੇ ਛੁਰੇ ਦਾ ਵਾਰ ਉਸੇ ਤਰ੍ਹਾਂ ਕਰਨਾ ਹੈ। ਪਹਿਲੇ ਉਂਗਲੀਆਂ ਪੋਟੇ ਕਟਾਏ। ਭਾਈ ਸਾਹਿਬ ਜੀ ਨੇ ਬਾਣੀ ਪੜ੍ਹਦਿਆਂ ਹੋਇਆ ਆਪਣੇ ਸੱਜੇ ਹੱਥ ਦੀ ਆ ਉਂਗਲ ਇਦਾਂ ਟੋਕੇ ਦੇ ਉੱਤੇ ਰੱਖ ਦਿੱਤੀ ਹੈ, ਮੁੱਢੀ ਦੇ ਉੱਤੇ। ਤੇ ਪਹਿਲਾ ਪੋਟਾ ਜਿਹੜਾ ਉਂਗਲ ਦਾ ਅਖੀਰ ਇਹ ਬੰਦ ਜਿਹੜਾ ਪਹਿਲਾ ਇਹ ਕੱਟਣਾ ਸ਼ੁਰੂ ਕੀਤਾ ਹੈ। ਫਿਰ ਮੱਧ ਗੰਢੋ ਬੰਦ ਛੁਡਾਏ। ਫਿਰ ਦੂਸਰਾ ਬੰਦ ਕਟਿਆ, ਫਿਰ ਤੀਸਰਾ, ਇਸ ਤਰ੍ਹਾਂ ਫਿਰ ਦੂਸਰੀ ਉਂਗਲ ਦੇ 3 ਜੋੜ ਕਟਵਾਏ, ਫਿਰ ਚੌਥੀ ਦੇ, ਫਿਰ ਪੰਜਵੀਂ ਦੇ, ਫਿਰ ਅੰਗੂਠਾ ਕਟਵਾਇਆ ਤੇ ਫਿਰ ਗੁੱਟ ਦੇ ਉੱਤੇ ਆਏ ਹਨ। ਫਿਰ ਉਂਗਲੀ 30 ਵਾਰ ਕਟਾਈ। ਪਹਿਲੀ ਉਂਗਲੀ ਦਾ ਪਹਿਲਾ ਬੰਦ, ਫਿਰ ਵਿਚਕਾਰਲਾ ਜਿਹੜਾ ਹੁੰਦਾ ਉਹ ਕਟਾ ਕੇ, ਫਿਰ ਪਿੱਛੋਂ ਬੰਦ ਕਟਾ ਕੇ, ਫਿਰ ਦੂਜੀ ਉਂਗਲੀ ਧਰ ਦਿੱਤੀ ਹੈ। 3 ਉਂਗਲਾਂ ਨਾਲ ਉਸੇ ਤਰ੍ਹਾਂ ਹੀ ਕਟਵਾਈਆਂ ਨੇ। ਫਿਰ ਪਹੁੰਚੇ ਸੋ ਬੀਨੀ ਛੁਡਾਈ। ਫਿਰ ਪਹੁੰਚੇ ਨਾਲੋਂ ਆ ਜਿਹੜਾ ਪਹੁੰਚਾ ਕਹਿੰਦੇ ਆ ਗੁੱਟ ਨੂੰ, ਇਥੋਂ ਕਲਾਈ ਤੋਂ ਗੁੱਟ ਤੋਂ ਹੱਥ ਕਟਵਾਇਆ ਆਪਣਾ। ਚੰਡਾਲ ਚਾਹੇ ਫਿਰ ਮੋਢਿਓਂ ਲਹਾਈ। ਚੰਡਾਲ ਜਲਾਦ ਕਾਲਾ ਪੈ ਗਿਆ ਤੇ ਮੋਢਿਓਂ ਵੱਢਣਾ ਚਾਹੁੰਦਾ ਸੀਗਾ। ਮਨੀ ਸਿੰਘ ਦਈ ਕੋਹਣੀ ਅੜਾਈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ ਜਲਾਦ ਆਪਣੀ ਡਿਊਟੀ ਨੂੰ ਪੂਰਾ ਨਿਭਾ। ਕਿੱਥੇ ਚੱਲਿਆ? ਆ ਮੇਰੀ ਕੋਹਣੀ ਵੱਢ, ਪਹਿਲਾਂ ਕੋਹਣੀ ਅੜਾ ਦਿੱਤੀ, ਅੱਗੇ ਕਰ ਦਿੱਤੀ। ਕੋਹਣੀ ਕਟਾਏ ਫਿਰ ਮੋਢਿਓਂ ਲਹਾਈ। ਫਿਰ ਮੋਢਾ ਧਰ ਦਿੱਤਾ, ਇੱਥੇ ਮਾਰ ਮੇਰੇ ਮੋਢੇ ਦੇ ਉੱਤੇ। ਸੱਜੀ ਕਟਾਏ ਫਿਰ ਖੱਬੀ ਫੜਾਈ। ਸੱਜੀ ਬਾਹ ਨੂੰ ਏਦਾਂ ਸਾਧ ਸੰਗਤ ਜੀ ਕਟਾਇਆ।
ਇੱਕ ਇੱਕ ਉਂਗਲੀ ਦੇ 3 ਜੋੜ, ਦੂਜੀ ਉਂਗਲੀ ਦੇ 3 ਜੋੜ, ਤੀਜੀ ਦੇ ਚੌਥੀ ਦੇ 12 ਜੋੜ ਕਰਕੇ ਫਿਰ ਅੰਗੂਠੇ ਦੇ 14 ਤੇ 15ਵਾਂ ਨੰਬਰ ਗੁੱਟ ਦਾ ਲਵਾਇਆ। 16ਵਾਂ ਕੋਹਣੀ ਦਾ ਤੇ 17ਵਾਂ ਮੋਢਾ ਕਟਵਾ ਕੇ ਖੱਬੀ ਬਾਹ ਅੱਗੇ ਕਰ ਦਿੱਤੀ, ਉਂਗਲ ਰੱਖ ਦਿੱਤੀ। ਤਿਮ ਹੀ ਪੋਟਿਓ ਬੰਦ ਕਟਾਇਓ। ਖੱਬੇ ਪਾਸਿਓਂ ਵੀ ਪੋਟਾ ਪੋਟਾ ਕਟਵਾਉਣਾ ਸ਼ੁਰੂ ਕੀਤਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੰਦ ਕਟਵਾ ਰਹੇ ਨੇ। ਗਾਠ ਗਾਠ ਉਂਗਲ ਗੂਠੋ ਵਢਾਇਓ। ਇਹਦਾ 3 ਜੋੜ ਪਹਿਲੀ ਦੇ, ਫਿਰ ਦੂਜੀ ਦੇ, ਫਿਰ ਤੀਜੀ ਦੇ, ਸਾਰੀਆਂ ਉਂਗਲਾਂ ਦੇ ਜੋੜ ਕਟਵਾ ਕੇ ਫਿਰ ਅੰਗੂਠਾ ਕਟਵਾਇਆ ਹੈ। ਦੋਹਰਾ ਸੱਜੀ ਜਿਮ ਖੱਬੀ ਕੱਟੀ ਤਉ ਦੀਨੋ ਚਰਨ ਚਲਾਏ। ਇਦਾਂ ਫਿਰ ਕੋਹਣੀ ਕਟਾਈ ਖੱਬੀ, ਫਿਰ ਮੋਢਾ ਕਟਾ ਕੇ ਜਿਵੇਂ ਸੱਜੀ ਬਾਹ ਕਟਵਾਈ ਸੀ ਖੱਬੀ ਕਟਵਾ ਕੇ ਤੇ ਫਿਰ ਸੱਜੀ ਲੱਤ ਦਾ ਪੈਰ ਦਾ ਅੰਗੂਠਾ ਰੱਖ ਦਿੱਤਾ। ਤਿਮ ਪੋਟੇ ਪੈਰਨ ਕੱਟੇ ਤਿਨ ਗਲਮੋ ਗੋਡੇ ਕਟਾਏ। ਪੈਰ ਦੇ ਪੋਟੇ ਕੱਟ ਕੇ ਗਿੱਟਾ ਕੱਟਿਆ ਤੇ ਫਿਰ ਗੋਡਾ ਕੱਟਿਆ ਤੇ ਫਿਰ ਪੱਟ ਦੇ ਕੋਲੋਂ ਚੂਲੇ ਤੋਂ ਵਾਰ ਕਰਵਾਇਆ। ਚਾਓ ਪਈ ਤਬ ਇੱਕ ਦੇਖਿਓ ਸੈਯਦ ਤਮਾਸ਼ਾ। ਇਹ ਤਮਾਸ਼ਾ ਇੱਕ ਸੈਯਦ ਮੁਸਲਮਾਨ ਫਕੀਰ ਉੱਥੇ ਫਿਰਦਾ ਸੀ ਲਾਹੌਰ ਦੇ ਵਿੱਚ। ਉਹਨੇ ਇਹ ਸੈਯਦ ਨੇ ਜਦੋਂ ਵੇਖਿਆ ਸੀਨ, ਪੇਖ ਚਰਿੱਤਰ ਵੱਢ ਗਇਓ ਸਾਸਾ। ਉਹਦਾ ਉੱਪਰਲਾ ਸਾਹ ਉੱਪਰ ਤੇ ਥੱਲੇ ਵਾਲਾ ਥੱਲੇ ਰਹਿ ਗਿਆ। ਉਹ ਸੈਯਦ ਹੱਕਾ ਬੱਕਾ ਹੋ ਗਿਆ। ਉਹ ਕਹਿਣ ਲੱਗਿਆ, ਮੈਂ ਸੁਣਿਆ ਮਨਸੂਰ ਸੂਲੀ ਤੇ ਚੜਿਆ ਸੀ, ਸੁਣਿਆ ਕਿ ਕੁਝ ਬੰਦੇ ਵਿਰਲੇ ਇਹੋ ਜਿਹੇ ਹੋਏ ਨੇ, ਪਰ ਇਹੋ ਜਿਹਾ ਕੰਮ ਤੇ ਉਹ ਵੀ ਨਹੀਂ ਕਰ ਸਕੇ। ਐਸੀ ਮਹਾਨ ਸ਼ਹਾਦਤ ਨੂੰ ਦੇਖ ਕੇ ਸੈਯਦ ਦੇ ਮੂੰਹ 'ਚ ਉਂਗਲਾਂ ਪੈ ਗਈਆਂ। ਜੋ ਇਸ ਮੁਖ ਤੇ ਨਿਕਸੇ ਵਾਕ। ਉਹ ਕਹਿਣ ਲੱਗਾ, ਯਾ ਖੁਦਾ, ਇਹ ਬੰਦਾ ਨਹੀਂ, ਇਹ ਖੁਦਾ ਦਾ ਹੀ ਰੂਪ ਹੈ, ਇਹਦੀ ਜ਼ੁਬਾਨ ਤੋਂ ਕੋਈ ਬਚਨ ਨਿਕਲ ਜਾਵੇ। ਜਾਵਗ ਸਤ ਵਲਾਇਤ ਤਾਕ। ਉਹ 7 ਮੁਲਕਾਂ ਨੂੰ ਟੱਪ ਕੇ ਲੰਘ ਜਾਏਗਾ। ਇਹਦਾ ਬਚਨ 7 ਮੁਲਕਾਂ ਨੂੰ ਵਿੰਨ ਕੇ ਲੰਘ ਜਾਏਗਾ। ਇਹਦਾ ਬਚਨ 7 ਸਮੁੰਦਰਾਂ ਨੂੰ ਚੀਰ ਦੇਵੇਗਾ। ਇਹ ਕੋਈ ਛੋਟੀ ਖੁਦਾਈ ਦਾ ਬੰਦਾ ਨਹੀਂ ਬੈਠਾ, ਇਹ ਖੁਦ ਖੁਦਾ ਬੈਠਾ ਹੈ। ਇੱਕ ਧੰਦਲੀ ਥੋ ਸਿੱਧ ਕਹਾਇਓ। ਕਹਿੰਦੇ ਇੱਕ ਧੰਦਲੀ ਸਿੱਧ ਕਹਾਇਆ ਹੈ। ਤਿਸ ਕੋ ਚੇਲਾ ਕਿਸ਼ਕ ਅਕਾਇਓ। ਕਹਿੰਦੇ ਉਹਦੇ ਚੇਲੇ ਨੂੰ ਕੁਝ ਕੁ ਕਹਿੰਦੇ ਕਿਸੇ ਨੇ ਅਕਾਇਆ ਸੀ, ਦੁੱਖ ਦਿੱਤਾ ਸੀ, ਤੇ ਉਹਨੇ ਕਿੱਡਾ ਵੱਡਾ ਉਪਦਰਵ ਕਰਤਾ ਸੀ। ਏਕ ਪਟਨਪੁਰ ਨਿਕਸਿਓ ਬੋਲ। ਕਹਿੰਦੇ ਉਹਦੇ ਬੋਲ ਦੇ ਨਾਲ ਸ਼ਹਿਰ ਉਜੜ ਗਏ ਸਨ। 18 ਗਰਕ ਗਏ ਇੱਕ ਤੋਲ। 18 ਸ਼ਹਿਰ ਗਰਕ ਕਰ ਦਿੱਤੇ ਸੀ ਇੱਕ ਸਿੱਧ ਦੇ ਬਚਨ ਨਾਲ। ਧੂ ਤੇ ਗਣ ਤਿਨ ਮਿਆਨ ਨਿਕਾਰੀ। ਇਹਨੇ ਨੂੰ ਸਾਧ ਸੰਗਤ ਜੀ ਤਲਵਾਰ ਮਿਆਨ ਚੋਂ ਜਲਾਦ ਨੇ ਕੱਢ ਲਈ। ਮਾਰ ਮਨੀ ਸਿੰਘ ਗਰੀਬ ਉਤਾਰੀ। ਆ ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕੀਤਾ, ਕਿਉਂਕਿ ਸਰੀਰ ਤਾਂ ਟੋਕੇ ਨਾਲ ਕੱਟਿਆ ਤੇ ਗਰਦਨ ਤੇ ਤਲਵਾਰ ਮਾਰ ਕੇ ਭਾਈ ਮਨੀ ਸਿੰਘ ਦਾ ਸੀਸ ਲਾਹ ਦਿੱਤਾ। ਸਿੰਘ ਜੀ ਮੁਖ ਗੁਰ ਪੜਤੋ ਬਾਣੀ। ਸੀਸ ਉਤਰਨ ਤੱਕ ਭਾਈ ਸਾਹਿਬ ਦੀ ਰਸਨਾ ਤੋਂ ਬਾਣੀ ਦਾ ਜਾਪ ਉਹੀ ਚੱਲ ਰਿਹਾ ਸੀ ਜਿਵੇਂ ਪਹਿਲਾਂ ਸ਼ੁਰੂ ਕੀਤਾ ਸੀ। ਨਹਿ ਕੁਛ ਪੀੜ ਦੇਹ ਉਨ ਜਾਨੀ। ਧੰਨ 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 ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇਹ ਤੋਂ ਵਿਦੇ ਹੋ ਚੁੱਕੇ ਸਨ। ਪੀੜ ਉਹਨਾਂ ਦੇ ਨੇੜੇ ਨਹੀਂ ਸੀ ਆ ਰਹੀ, ਕਿਉਂਕਿ ਪੀੜ ਤਾਂ ਹੁੰਦੀ ਜਿਹੜਾ ਆਪਣੇ ਆਪ ਨੂੰ ਸਰੀਰ ਸਮਝੇ। ਜਿਹੜਾ ਸਰੀਰ ਤੋਂ ਹੀ ਵੱਖਰਾ ਹੋ ਗਿਆ ਉਹਨੂੰ ਕੀ ਪੀੜ ਹੋਣੀ ਹੈ। ਧੰਨ ਭਾਈ ਭਾਈ ਮਨੀ ਸਿੰਘ ਸਾਹਿਬ ਜੀ। ਬਦੇਹ ਰੂਪ ਥੋ ਸਿੰਘ ਜੀ ਧਾਰਿਓ। ਭਾਈ ਸਾਹਿਬ ਮਨੀ ਸਿੰਘ ਜੀ ਦੇਹੀ ਗੁਪਤ ਵਿਦੇਹੀ ਦੀਸੈ, ਵਿਦੇਹ ਰੂਪ ਹੋ ਚੁੱਕੇ ਸਨ। ਮੁਖ ਸੋ ਸ਼ਬਦ ਬਦੇਹ ਉਚਾਰਿਓ। ਆਪ ਜੀ ਨੇ ਵਿਦੇਹੀਆਂ ਦੀ ਤਰ੍ਹਾਂ ਬਾਣੀ ਸ਼ਬਦ ਪੜ੍ਹੇ ਅਖੀਰਲੇ ਸਮੇਂ। ਪਾਠ ਸੁਖਮਣੀ ਮੁਖੋਂ ਉਚਰੈ। ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਉਸ ਵੇਲੇ, ਜਦੋਂ ਆਪ ਜੀ ਦੇ ਸਰੀਰ ਦੇ ਬੰਦ ਕੱਢੇ ਜਾ ਰਹੇ ਸਨ। ਨਹਿ ਕਿਛ ਜਨਮੈ ਨਹਿ ਕਿਛ ਮਰੈ। ਇਹ ਪੰਕਤੀ ਆਈ ਸੀ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਪਾਠ ਉਸ ਵੇਲੇ ਚੱਲ ਰਿਹਾ ਸੀ ਜਦੋਂ ਭਾਈ ਸਾਹਿਬ ਦਾ ਸੀਸ ਉਤਰਿਆ। ਦੋਹਰਾ ਮਰਨ ਸਬਨ ਕੇ ਸੀਸ ਪੈ, ਸੁਫਲ ਮਰਨ ਹੈ ਤਾਹੇ। ਮਰਨਾ ਦੇ ਸਾਰਿਆਂ ਨੇ ਹੈ, ਜਿਸ ਨੇ ਸੰਸਾਰ ਵਿੱਚ ਜਨਮ ਲਿਆ ਹੈ, ਅੱਗੇ ਪਿੱਛੇ ਵਾਰੀ ਸਭ ਨੇ ਜਾਣਾ ਹੈ, ਪਰ ਮਰਨਾ ਸਫਲਾ ਕਿਹਦਾ ਹੈ? ਜਿਹੜਾ ਧਰਮ ਵਾਸਤੇ ਮਰ ਜਾਵੇ, ਨੇਕੀ ਤੇ ਪਰਉਪਕਾਰ ਵਾਸਤੇ ਮਰ ਜਾਵੇ। ਐਸੇ ਮਰਨੀ ਜੋ ਮਰੈ, ਬਹੁ ਨਾ ਮਰਨਾ ਹੋਏ। ਹਾਂਜੀ। ਤਨਕ ਬਿਖੈ ਤਨ ਕੋ ਤਜੈ, ਪੀ ਸੋ ਪ੍ਰੀਤ ਬਨਾਹੇ। ਉਸ ਵਾਹਿਗੁਰੂ ਪਿਆਰੇ ਨਾਲ ਪ੍ਰੇਮ ਕਰਦਾ ਹੋਇਆ, ਸੱਚ ਦੇ ਮਾਰਗ ਤੇ ਧਰਮ ਦੇ ਮਾਰਗ ਤੇ ਤੁਰਦਾ, ਨੇਕੀ ਪਰਉਪਕਾਰ ਦੇ ਰਾਹ ਤੇ ਤੁਰਦਾ, ਇਸ ਸਰੀਰ ਨੂੰ ਤਿਆਗ ਦੇਵੇ
ਉਹਦਾ ਮਰਨਾ ਸਫਲ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ। ਕਬੀਰ ਜਿਸ ਮਰਨੇ ਤੇ ਜਗ ਡਰੈ, ਜਿਹੜੀ ਮੌਤ ਤੋਂ ਸੰਸਾਰ ਡਰਦਾ ਹੈ, ਜਿਸ ਮੌਤ ਦਾ ਨਾਂ ਲੈ ਕੇ ਲੋਕਾਂ ਨੂੰ ਕੰਬਣੀ ਛਿੜ ਜਾਂਦੀ ਹੈ, ਮੌਤ ਨੂੰ ਵੇਖ ਕੇ ਹਰ ਕੋਈ ਘਬਰਾਉਂਦਾ ਹੈ, ਮੌਤ ਤੋਂ ਹਰ ਕੋਈ ਡਰਦਾ ਹੈ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮੈਨੂੰ ਉਸ ਮੌਤ ਵੱਲ ਵੇਖ ਕੇ ਖੁਸ਼ੀ ਚੜ੍ਹਦੀ ਹੈ। ਮੇਰੇ ਵਾਸਤੇ ਉਹ ਮੌਤ ਮੇਰਾ ਜੀਵਨ ਦਾ ਸਭ ਤੋਂ ਵਧੀਆ ਅਨੁਭਵ ਹੈ, ਮੈਨੂੰ ਉਹਦਾ ਆਨੰਦ ਆਉਂਦਾ ਹੈ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਮਰਨ ਨਾਲ ਹੀ ਉਸ ਪਰਮਾਤਮਾ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਦੋਹਰਾ ਮਨਸੂਰ ਇਮ ਜਗ ਭਇਓ, ਕੱਟੇ ਹੱਥ ਇੱਕ ਸੱਟ। ਕਹਦੇ ਮਨਸੂਰ ਦਾ ਇੱਕ ਹੱਥ ਕੱਟਿਆ ਸੀ। ਮਨਸੂਰ ਦਾ ਹੱਥ ਕਿਵੇਂ ਕੱਟਿਆ ਸੀ? ਇੱਕੋ ਵਾਰ ਦੇ ਨਾਲ ਜਲਾਦ ਨੇ ਗੁੱਟ ਤੋਂ ਕੱਟਿਆ ਸੀ। ਪਰ ਦੁਨੀਆ 'ਚ ਮਨਸੂਰ ਹੋ ਗਿਆ ਕਿ ਮਨਸੂਰ ਨੇ ਆਪਣੇ ਹੱਥ ਆਪ ਕਟਵਾਏ ਸਨ। ਸਾਰੀ ਦੁਨੀਆ ਮਨਸੂਰ ਨੂੰ ਪੂਜਦੀ ਹੈ, ਮਨਸੂਰ ਨੂੰ ਮੰਨਦੀ ਹੈ। ਬਾਅਦ ਵਿੱਚ ਉਹਨੂੰ ਸੂਲੀ ਤੇ ਵੀ ਚਾੜਿਆ ਸੀ। ਉਹ ਲੰਮੀ ਕਥਾ ਮਨਸੂਰ ਦੀ, ਕਿਉਂਕਿ ਮਨਸੂਰ ਵੀ ਇੱਕ ਪਵਿੱਤਰ ਆਤਮਾ ਮਹਾਪੁਰਸ਼ ਹੋਇਆ। ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਮਨਸੂਰ ਦੇ 3 ਜਨਮ ਮੰਨੇ ਹਨ। ਪਹਿਲਾ ਮਨਸੂਰ ਹੋ ਕੇ ਸੂਲੀ ਚੜਿਆ, ਦੂਜੇ ਜਨਮ 'ਚ ਸਮਝ ਤਬਰੇਜ਼ ਬਣ ਕੇ ਉਹ ਫਕੀਰ ਦੇ ਰੂਪ ਵਿੱਚ ਵਿਚਰਿਆ। ਉਹੀ ਆਵਾਜ਼ ਜਿਹੜੀ ਉਹ ਕਹਿੰਦਾ ਹੁੰਦਾ ਸੀ ਨਾ, ਅਨਲ ਹੱਕ ਅਨਲ ਹੱਕ ਅਨਲ ਹੱਕ, ਮਨਸੂਰ ਦਾ ਇਹ ਬੋਲਾ ਸੀ, ਅਨਲ ਹੱਕ, ਕਿ ਮੈਂ ਪਰਮਾਤਮਾ ਆ, ਮੈਂ ਖੁਦਾ ਆ, ਮੈਂ ਉਹ ਹੀ ਆ ਜਿਹੜਾ ਜਿਸ ਨੂੰ ਦੁਨੀਆ ਲੱਭਦੀ ਉਹ ਮੈਂ ਆ। ਆਪਣੇ ਅੰਦਰ ਪਰਮਾਤਮਾ ਦੀ ਜੋਤ ਨੂੰ ਦੇਖਿਆ ਸੀ ਉਸ ਮਹਾਪੁਰਸ਼ ਨੇ, ਤੇ ਉਹ ਅਨਲ ਹੱਕ ਦੀ ਬੋਲੀ ਸਮਝ ਤਬਰੇਜ਼ ਵੀ ਬੋਲਿਆ ਕਰਦਾ ਸੀ। ਤੇ ਸਮਝ ਤਬਰੇਜ਼ ਨੂੰ ਮੌਕੇ ਦੀ ਸਰਕਾਰ ਨੇ, ਬਾਦਸ਼ਾਹ ਨੇ ਉਹਦੀ ਖੱਲ ਉਤਾਰ ਦਿੱਤੀ ਜਿਉਂਦੇ ਦੀ। ਤੇ ਉਹਦੀ ਜਦੋਂ ਮੌਤ ਹੋਈ, ਉਸ ਤੋਂ ਬਾਅਦ ਤੀਸਰਾ ਜਨਮ ਸ਼ਰਮਦ ਨਾਮ ਦਾ ਫਕੀਰ ਦਿੱਲੀ ਦੇ ਔਰੰਗਜ਼ੇਬ ਦੇ ਸਮੇਂ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ। ਔਰੰਗਜ਼ੇਬ ਨੇ ਉਸ ਨੂੰ ਕਤਲ ਕਰਵਾਇਆ। ਉਹ ਵੀ ਇਹ ਕਹਿੰਦਾ ਸੀ, ਖੁਦਾ ਮੇਰੇ ਅੰਦਰ ਹੈ, ਮੈਂ ਖੁਦਾ ਦੇ ਅੰਦਰ ਹਾਂ, ਖੁਦਾ ਜਾਤ ਹੈ। ਸੋ ਐਸੀ ਹਸਤੀਆਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ। ਸੋ ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਲਾਹੌਰ ਦੇ ਲੋਕ ਉਂਗਲਾਂ ਪਾ ਕੇ ਮੂੰਹ 'ਚ ਦੇਖਦੇ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ। ਉਹ ਲੋਕ ਕਹਿੰਦੇ ਵੀ ਦੇਖੋ, ਮਨਸੂਰ ਦੀ ਤਾਂ ਗੱਲ ਸੁਣੀ ਹੈ ਵੀ ਉਹਨੇ ਆਪਣਾ ਹੱਥ ਕਟਵਾ ਲਿਆ ਸੀ। ਮਣੀ ਸਿੰਘ ਬਹੁ ਸੱਟ ਸਹੀ, ਬੰਦ ਬੰਦ ਸੁਟਾਇਓ ਕੱਪ। ਮਨਸੂਰ ਨੇ ਇੱਕ ਵਾਰ ਸਿਆ ਸੀ ਆਪਣੇ ਗੁੱਟ ਦੇ ਉੱਤੇ, ਇੱਕ ਟੋਕਾ ਸਿਆ ਸੀਗਾ। ਮਨੀ ਸਿੰਘ ਨੇ ਪਤਾ ਨਹੀਂ ਕਿੰਨੇ ਕੁ ਵਾਰ ਸਹੇ ਆ। ਇੱਕੋ ਬਾਂਹ ਦੇ ਵਾਸਤੇ 19-20 ਵਾਰ ਹੋ ਗਏ, ਦੂਜੇ ਪਾਸੇ ਵੀ 19-20 ਵਾਰ ਹੋ ਗਏ। ਇੰਨੇ ਹੀ ਪੈਰਾਂ ਤੇ ਲੱਤਾਂ ਤੇ ਹੋਏ। ਜਿਸ ਮਨੀ ਸਿੰਘ ਨੇ 70-80 ਵਾਰ ਟੋਕੇ ਦੇ ਸਹੇ ਹਨ ਆਪਣੇ ਸਰੀਰ ਤੇ, ਉਹ ਕਿੱਡਾ ਵੱਡਾ ਮਨਸੂਰ ਬਣ ਗਿਆ ਹੈ। ਸੂਲੀ ਰੇਖ ਰਖ ਦੇਹ ਕੋ, ਮਦ ਸੂਲੀ ਦੇਹ ਫਿਰਾਏ। ਇਹ ਬੜੀ ਪੁਰਾਣੀ ਕਥਾ ਮਹਾਭਾਰਤ ਦੀ ਹੈ ਕਿ ਇੱਕ ਵਾਰੀ ਇੱਕ ਮਹਾਪੁਰਸ਼ ਰਿਸ਼ੀ ਨੂੰ ਸੂਲੀ ਤੇ ਟੰਗ ਦਿੱਤਾ ਸੀਗਾ, ਤੇ ਉਹਦੀ ਦੇਹ ਜਿਹੜੀ ਹੈ ਸੂਲੀ ਤੇ ਕਈ ਦਿਨ ਟੰਗੀ ਰਹੀ ਸੀ, ਬਹੁਤ ਲੰਮਾ ਸਮਾਂ। ਹਾਂਜੀ, ਸੋਈ ਦੇਹ ਇਨ ਨਾ ਰੱਖੀ, ਇਮ ਮਣੀ ਸਿੰਘ ਅਦਕਾਏ। ਇਹ ਭਾਈ ਮਨੀ ਸਿੰਘ ਜੀ ਹਨ, ਉਸ ਰਿਸ਼ੀ ਤੋਂ ਵੀ ਵੱਧ ਕੇ ਕਸ਼ਟ ਸਹਿ ਕੇ ਸ਼ਹੀਦੀ ਪਾ ਗਏ ਨੇ। ਮਨੀ ਸਿੰਘ ਦੇ ਬਰਾਬਰ ਦਾ ਕੋਈ ਸ਼ਹੀਦ ਸੰਸਾਰ 'ਚ ਨਹੀਂ ਹੋਇਆ, ਇਤਨੀ ਮਹਾਨ ਸ਼ਹੀਦੀ ਪਾਈ ਹੈ। ਚਾਉ ਪਈ ਸੀਸ ਭਇਓ, ਤਬ ਧੜ ਤੇ ਦੂਰ। ਹੁਣ ਜਲਾਦ ਨੇ ਤਲਵਾਰ ਮਾਰ ਕੇ ਅਖੀਰਲਾ ਬੰਦ ਕੱਟ ਦਿੱਤਾ ਗਰਦਨ ਦਾ, ਗਰਦਨ ਉਤਾਰ ਦਿੱਤੀ, ਸੀਸ ਉਤਾਰ ਦਿੱਤਾ, ਧੜ ਤੋਂ ਵੱਖਰਾ ਕਰ ਦਿੱਤਾ। ਰਹੀ ਸਿੱਖੀ ਸਿੰਘ ਸਾਬਤ ਸੂਰ। ਜਿਹੜੀ ਅਰਦਾਸ ਮਨੀ ਸਿੰਘ ਨੇ ਕਰਵਾਈ ਸੀ ਕਿ ਜਦੋਂ ਮੇਰੇ ਬੰਦ ਕੱਟੇ ਜਾਣ, ਮੇਰੀ ਸਿੱਖੀ ਸਾਬਤ ਰਹਿ ਜਾਵੇ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਸਾਹਿਬ ਮਨੀ ਸਿੰਘ ਜੀ
ਗੁਰੂ ਦੀ ਕਿਰਪਾ ਨਾਲ ਉਹ ਸਿਦਕ ਨਿਭਾ ਗਏ ਹਨ। ਹੈ ਕਾਰ ਜਗਤ ਮੈਂ ਭਇਓ। ਉਸ ਵੇਲੇ ਸਾਰੇ ਸੰਸਾਰ 'ਚ ਹਾਹਾਕਾਰ ਮਚ ਗਈ ਹੈ। ਭਾਈ ਸਾਹਿਬ ਮਨੀ ਸਿੰਘ ਜੈਸਾ ਸੰਤ ਵੀ ਸ਼ਹੀਦ ਕਰ ਦਿੱਤਾ। ਇਹ ਜ਼ਾਲਮਾਂ ਦੀ ਸਰਕਾਰ ਗਰਕ ਹੋ ਜਾਏਗੀ। ਇਹ ਲਾਹੌਰ ਦਰਬਾਰ ਬਰਬਾਦ ਹੋ ਜਾਏਗਾ। ਇਹ ਮੁਲਕ ਹੀ ਉਜੜ ਜਾਏਗਾ। ਦੁਨੀਆ ਦੇ ਮਹਾਪੁਰਸ਼ ਫਕੀਰ ਸਾਧੂ ਗਰੀਬ ਗੁਰਬੇ ਦੇ ਮੂੰਹ ਤੋਂ ਇੱਕੋ ਹੀ ਆਵਾਜ਼ ਆ ਰਹੀ ਸੀ, ਹੈ ਐਡਾ ਵੱਡਾ ਪਾਪ ਕੀਤਾ, ਐਡੇ ਵੱਡੇ ਮਹਾਪੁਰਸ਼ ਨੂੰ ਬੰਦ ਕੱਢ ਕੇ ਮਾਰ ਦਿੱਤਾ। ਇਸ ਗੱਲ ਨਾਲ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਕੰਬ ਗਿਆ। ਹਾਂਜੀ, ਜੈ ਜੈਕਾਰ ਸਿੱਖਣ ਮਨ ਠਇਓ। ਪਰ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਨੇ ਹਾਹਾਕਾਰ ਨਹੀਂ ਕੀਤੀ, ਉਹਨਾਂ ਨੇ ਜੈ ਜੈਕਾਰ ਕੀਤੀ। ਭਾਈ ਮਨੀ ਸਿੰਘ ਜੀ ਤੁਹਾਡੀ ਜੈ ਹੋਵੇ, ਹਰ ਮੈਦਾਨ ਤੁਹਾਡੀ ਜੈ ਹੋਵੇ। ਤੁਸੀਂ ਲੋਕ ਪਰਲੋਕ ਵਿੱਚ ਅਮਰ ਹੋ ਗਏ ਹੋ। ਤੁਹਾਡੀ ਸ਼ਹੀਦੀ ਨੇ ਸਿੱਖੀ ਦਾ ਬੀਜ ਰੱਖ ਲਿਆ ਹੈ। ਹਾਂਜੀ, ਸਾਬਤ ਸਿੱਖੀ ਸਿੱਖ ਕੀ ਰਹੀ। ਸਿੱਖੀ ਰਹਿ ਗਈ ਸਾਬਤ। ਦੇਹ ਤਾਂ ਜਾਣੀ ਸੀ, ਤੇ ਤਾਂ ਕਿਸੇ ਦੀ ਨਹੀਂ ਰਹੀ ਨਾ। ਕੋਈ ਕਿੰਨਾ ਚਿਰ ਜੀ ਲੇਗਾ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। 100 ਸਾਲ ਤੋਂ ਵੱਧ ਤੇ ਕਿਸੇ ਨੇ ਜੀਣਾ ਹੀ ਕੋਈ ਨਹੀਂ। ਜੇ 2-4 ਸਾਲ ਵੱਧ ਹੋਰ ਜੀ ਲਵੇਗਾ ਫਿਰ ਵੀ ਮਰਨਾ ਹੀ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਜੇ 100 ਵਰਿਆ ਜੀਵਣਾ ਵੀ ਤਨ ਹੋਸੀ ਖੇ। 100 ਵਰੇ ਜੀ ਕੇ ਫਿਰ ਵੀ ਮਰਨਾ ਹੀ ਮਰਨਾ। ਤੇ ਭਾਈ ਸਾਹਿਬ ਮਨੀ ਸਿੰਘ ਜੀ ਸਿੱਖੀ ਸਿਦਕ ਨਿਭਾ ਗਏ ਹਨ। ਸਰਾਪ ਸਿੱਖਣ ਕੋ ਤਾਉ ਭਇਓ ਸਹੀ। ਜੋ ਖਾਲਸੇ ਪੰਥ ਵੱਲੋਂ ਬਚਨ ਹੋਇਆ ਸੀ ਕਿ ਤੇਰੇ ਬੰਦ ਕੱਟੇ ਜਾਣਗੇ, ਉਹ ਬਚਨ ਵੀ ਪੂਰਾ ਕਰ ਗਏ। ਭਇਓ ਸ਼ਹੀਦਨ ਮੈਂ ਸਰਦਾਰ। ਸੱਚਖੰਡ ਦੇ ਵਿੱਚ ਸ਼ਹੀਦਾਂ ਦਾ ਜਿੱਥੇ ਆਸਣ ਹੈ, ਉੱਥੇ ਸਾਰੇ ਸ਼ਹੀਦਾਂ ਦੇ ਸਰਦਾਰ ਸ਼੍ਰੋਮਣੀ ਭਾਈ ਮਨੀ ਸਿੰਘ ਸਾਹਿਬ ਜੀ ਬਣੇ ਹਨ। ਸਾਹਿਬ ਜਾਦਨ ਢਿਗ ਡਿਉੜੀਦਾਰ। ਜਿੱਥੇ ਸਾਹਿਬਜ਼ਾਦਿਆਂ ਦਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਆਸਣ ਹੈ ਸੱਚਖੰਡ ਵਿੱਚ। ਉਸ ਡਿਉਢੀ ਦੇ ਮੁਖੀ ਜਰਨੈਲ ਭਾਈ ਮਨੀ ਸਿੰਘ ਜੀ ਹਨ, ਡਿਉਢੀਦਾਰ। ਜਿੱਥੇ ਸਾਹਿਬਜ਼ਾਦਿਆਂ ਦੀ ਆਤਮਾ ਬਿਰਾਜਮਾਨ ਹੈ ਸੱਚਖੰਡ ਵਿੱਚ, ਸਭ ਤੋਂ ਉੱਪਰ ਸ਼ਹੀਦਾਂ ਦੇ ਵਿੱਚ, ਉੱਥੇ ਭਾਈ ਸਾਹਿਬ ਮਨੀ ਸਿੰਘ ਜੀ ਡਿਉਢੀ ਬਰਦਾਰ ਹਨ। ਮਨੀ ਸਿੰਘ ਯੋ ਸਾਕੋ ਕੀਓ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਸਾਕਾ ਕੀਤਾ, ਮਹਾਨ ਸ਼ਹਾਦਤ ਦਾ ਜਾਮ ਪੀਤਾ ਹੈ। ਸਹੀ 1794। ਸਾਧ ਸੰਗਤ ਜੀ 1794 ਬਿਕਰਮੀ ਦੇ ਵਿੱਚ ਇਹ ਭਾਣਾ ਵਰਤਿਆ ਹੈ। ਰਤਨ ਸਿੰਘ ਸੁਨ ਸਾਖੀ ਲਿਖੀ। ਭਾਈ ਰਤਨ ਸਿੰਘ ਜੀ ਕਹਿੰਦੇ ਆ, ਇਹ ਇਤਿਹਾਸ ਮੇਰੀ ਮਾਤਾ ਨੇ, ਮੇਰੇ ਨਾਨੇ ਨੇ ਮੈਨੂੰ ਸੁਣਾਇਆ, ਜੋ ਉਸ ਵੇਲੇ ਜਿਉਂਦਾ ਸੀ। ਸ਼ਾਮ ਸਿੰਘ ਨਾਰਲੇ ਵਾਲਾ ਪੁਰਾਣਾ ਜਰਨੈਲ ਹੋਇਆ। ਜੋ ਮੈਂ ਆਪਣੇ ਬਜ਼ੁਰਗਾਂ ਤੋਂ ਭਾਈ ਮਨੀ ਸਿੰਘ ਦੇ ਸਮੇਂ ਦੀਆਂ ਗੱਲਾਂ ਸੁਣੀਆਂ, ਉਹ ਲਿਖ ਦਿੱਤੀਆਂ ਪੰਥ ਪ੍ਰਕਾਸ਼ ਵਿੱਚ। ਪਿਤਾ ਹਮਾਰੇ ਕਹੀ ਸੀ ਪਿਖੀ। ਮੇਰੇ ਪਿਤਾ ਜੀ ਨੇ ਵੀ ਇਹ ਗੱਲ ਸੁਣੀ ਸੀ, ਕਿਉਂਕਿ ਉਦੋਂ ਪਿਤਾ ਜੀ ਬਹੁਤ ਛੋਟੇ ਸਨ। ਨਾਨਾ ਜੀ ਨੇ ਦੱਸੀ ਤੇ ਪਿਤਾ ਜੀ ਨੇ ਦੱਸੀ, ਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਖਾਲਸਾ ਜੀ। ਕਬਿਤ ਸਿੱਖਨ ਮੈਂ ਸਿੱਖ ਉੱਚੋ, ਭਗਤਨ ਮੈਂ ਭਗਤ ਮੂਚੋ। ਆਹਾ ਭਾਈ ਮਨੀ ਸਿੰਘ ਸਿੱਖਨ ਮੈਂ ਸਿੱਖ ਉੱਚੋ। ਸਿੱਖਾਂ ਜੋ ਸ਼੍ਰੋਮਣੀ ਸਿੱਖ ਹੋਇਆ, 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਨੇ, ਉਸੇ ਸਾਲ ਭਾਈ ਮਨੀ ਸਿੰਘ ਦਾ ਜਨਮ ਹੋਇਆ ਸੀ। ਗੁਰੂ ਹਰਿਰਾਏ ਸਾਹਿਬ ਦੇ ਸਮੇਂ 17 ਸਾਲ ਗੁਰੂ ਹਰਿਰਾਏ ਸਾਹਿਬ ਦਾ ਸਮਾਂ ਰਿਹਾ, ਤੇ ਉਸ ਤੋਂ ਬਾਅਦ 3 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, 11 ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਰਿਹਾ, ਤੇ ਉਸ ਤੋਂ ਬਾਅਦ 33 ਸਾਲ 10ਵੇਂ ਪਾਤਸ਼ਾਹ ਗੱਦੀ ਤੇ ਰਹੇ। ਤੇ ਉਹਨਾਂ ਤੋਂ ਬਾਅਦ ਵੀ ਲਗਭਗ 25 ਸਾਲ ਭਾਈ ਮਨੀ ਸਿੰਘ ਪੰਥ ਦੀ ਅਗਵਾਈ ਕਰ ਗਏ। ਐਸੇ ਮਹਾਪੁਰਸ਼ 90 ਸਾਲ ਦੀ ਉਮਰ 'ਚ ਸ਼ਹੀਦੀ ਪਾਈ ਹੈ। ਸਿੱਖੀ ਕੀ ਨਿਆਈ ਕਹੀਏ ਭਾਈ ਮਨੀ ਸਿੰਘ ਜੀ। ਸਿੱਖੀ ਦੀ ਨਿਆਈ ਕਹਿੰਦੇ ਨੀਂਹ ਨੂੰ, ਬੁਨਿਆਦ। ਜਿਵੇਂ ਕਿਸੇ ਮਕਾਨ ਦੀ ਬੇਸਮੈਂਟ ਜ਼ਰੂਰੀ ਹੈ ਨਾ, ਜੇ ਬੇਸਮੈਂਟ ਜਿਹੜੀ ਮਜਬੂਰ ਬਣੀ ਹੋਵੇ, ਨੀਂਹ ਥੱਲੇ ਪੱਕੀ ਹੋਵੇ, ਉੱਪਰ ਜਿੱਡਾ ਮਰਜੀ ਵੱਡਾ ਮਕਾਨ ਬਣਾ ਲਓ, ਜੇ ਨੀਂਹ ਕਮਜ਼ੋਰ ਹੋਵੇ ਮਕਾਨ ਬਣ ਹੀ ਨਹੀਂ ਸਕਦਾ ਉੱਤੇ। ਭਾਈ ਮਨੀ ਸਿੰਘ ਜੀ ਸਿੱਖੀ ਦੀ ਨੀਂਹ ਹਨ।
ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਏਡਾ ਵੱਡਾ ਸਾਕਾ ਕੀਤਾ ਹੈ। ਜਗਤ ਮੈਂ ਜੈਕਾਰ ਭਇਓ ਧਰਮ ਅਰਥ ਦੇਹ ਦਇਓ। ਜਗਤ ਵਿੱਚ ਜੈ ਜੈਕਾਰ ਹੋਈ ਹੈ ਭਾਈ ਮਨੀ ਸਿੰਘ ਦੀ, ਅੱਜ ਵੀ ਹੋ ਰਹੀ ਹੈ। ਹਰ ਸਾਲ ਦੀਵਾਲੀ ਤੇ ਜਿੱਥੇ ਵੀ ਕੋਈ ਢਾਡੀ ਸਿੰਘ ਇਤਿਹਾਸ ਸੁਣਾਉਂਦੇ ਭਾਈ ਮਨੀ ਸਿੰਘ ਦਾ ਜ਼ਰੂਰ ਸੁਣਾਉਂਦੇ ਆ। ਹਰ ਸਾਲ ਦੀਵਾਲੀ ਤੇ ਅੰਮ੍ਰਿਤਸਰ ਜਦੋਂ ਜਾਈਦਾ ਉੱਥੇ ਭਾਈ ਮਨੀ ਸਿੰਘ ਨੂੰ ਯਾਦ ਜ਼ਰੂਰ ਕਰੀਦਾ। ਹਰ ਗੁਰਦੁਆਰੇ ਵਿੱਚ ਦੀਵਾਲੀ ਤੇ ਤਾਂ ਭਾਈ ਮਨੀ ਸਿੰਘ ਦੀ ਕਥਾ ਜ਼ਰੂਰ ਹੀ ਹੁੰਦੀ ਹੈ ਨਾ, ਕਥਾਵਾਚਕ ਵੀ ਕਰਦੇ ਆ। ਉੱਦਾਂ ਵੀ ਗੁਰਦੁਆਰਿਆਂ ਵਿੱਚ ਰਾਗੀ ਸਿੰਘ ਢਾਡੀ ਸਿੰਘ ਪ੍ਰਚਾਰ ਕਰਦੇ ਰਹਿੰਦੇ ਭਾਈ ਮਨੀ ਸਿੰਘ ਦਾ। ਸੋ ਅੱਜ ਵੀ ਹੋ ਰਿਹਾ ਤੇ ਹੁੰਦਾ ਹੀ ਰਹਿਣਾ, ਰਹਿੰਦੀ ਦੁਨੀਆ ਤੱਕ। ਹਾਂਜੀ, ਸਿਦਕ ਸੋ ਕਟਾਇਓ ਹਿਓ ਨਾ ਮਾਨੀ ਕਛੂ ਸੰਕ ਜੀ। ਸਿਦਕ ਦੇ ਨਾਲ ਸਰੀਰ ਕਟਾ ਲਿਆ, ਸ਼ੰਕਾ ਨਹੀਂ ਕੀਤਾ ਮਨ ਵਿੱਚ ਮਰਨ ਦਾ, ਜੀਵਨ ਦਾ। ਮਰਨ ਜੀਵਨ ਕੀ ਸ਼ੰਕਾ ਨਾਸੀ, ਐਸੀ ਅਵਸਥਾ ਦੇ ਮਾਲਕ ਸਨ। ਸਿੱਖ ਸੋ ਪ੍ਰਸੰਨ ਭਏ ਦੁਸ਼ਟ ਸਭ ਭ੍ਰਿਸ਼ਟ ਭਏ। ਗੁਰੂ ਕੇ ਸਿੱਖ ਬੜੇ ਪ੍ਰਸੰਨ ਹੋਏ। ਖਾਲਸੇ ਪੰਥ ਦੀਆਂ ਵੀ ਭਾਈ ਮਨੀ ਸਿੰਘ ਦੇ ਬੜੀਆਂ ਖੁਸ਼ੀਆਂ ਹੋਈਆਂ। ਸਾਰੇ ਪੰਥ ਨੇ ਆਖਿਆ ਧੰਨ ਭਾਈ ਮਨੀ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ। ਸਿੱਖ ਬੜੇ ਪ੍ਰਸੰਨ ਹੋਏ। ਦੁਸ਼ਟ ਭ੍ਰਿਸ਼ਟ ਭਏ, ਜਿਹੜੇ ਪਾਪੀ ਸੀਗੇ ਦੁਸ਼ਟ, ਖਾਲਸੇ ਪੰਥ ਨਾਲ ਈਰਖਾ ਰੱਖਣ ਵਾਲੇ, ਉਹ ਭ੍ਰਿਸ਼ਟ ਹੋ ਗਏ, ਖਤਮ ਹੋ ਗਏ। ਉਹਨਾਂ ਦੀ ਜੜ ਪੁੱਟੀ ਗਈ। ਤੁਰਕਾਂ ਦਾ ਰਾਜ, ਜ਼ਾਲਮਾਂ ਦਾ ਰਾਜ, ਜ਼ੁਲਮ ਕਰਕੇ ਪਾਪ ਕਰਕੇ ਨਸ਼ਟ ਹੋ ਗਿਆ। ਗਿਆਨ ਕੀ ਖੜਗ ਸੋ ਮਾਰੇ ਚੌਰੰਗ ਜੀ। ਭਾਈ ਮਨੀ ਸਿੰਘ ਜੀ ਨੇ ਗਿਆਨ ਦੇ ਖੰਡੇ ਨਾਲ ਹੀ ਮਾਰ ਦਿੱਤੇ। ਗਿਆਨ ਕੀ ਖੜਗ ਸੇ, ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ, ਕਾਤਰਤਾ ਕੋ ਦਵਾਰ ਬਹਾਰ ਹੈ। ਕਾਇਰਤਾ ਨੂੰ ਕੱਢ ਕੇ ਭਾਈ ਮਨੀ ਸਿੰਘ ਹਰ ਮੈਦਾਨ ਫਤਿਹ ਪਾ ਗਏ। ਗੁਰ ਸਿੱਖ ਕਹਾਵੈ ਜੋ ਕਰਨੀ ਯਹ ਕਮਾਵੈ ਸੋ। ਜਿਹੜਾ ਗੁਰਸਿੱਖ ਕਹਾਂਦਾ ਹੈ ਉਹਦੀ ਇਹ ਕਰਨੀ ਹੁੰਦੀ ਹੈ। ਮਨੀ ਸਿੰਘ ਤੁਲ ਭਇਓ ਕੁਰਾਨਾ ਔ ਨਾ ਰੰਕ ਜੀ। ਭਾਈ ਮਨੀ ਸਿੰਘ ਦੇ ਬਰਾਬਰ ਨਾ ਕੋਈ ਰਾਜਾ ਨਾ ਕੋਈ ਭਿਖਾਰੀ। ਦੁਨੀਆ ਵਿੱਚ ਕੋਈ ਵੀ ਆਦਮੀ, ਗਰੀਬ ਅਮੀਰ, ਬੜੇ ਨੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਲੋਕ ਪਹਿਲਾਂ ਵੀ ਹੋਏ, ਬਾਅਦ 'ਚ ਵੀ ਹੋਏ, ਹੁਣ ਵੀ ਹਨ, ਅੱਗੇ ਵੀ ਹੋਣਗੇ, ਪਰ ਮਨੀ ਸਿੰਘ ਦੀ ਬਰਾਬਰੀ ਨਹੀਂ ਕੋਈ ਕਰ ਸਕੇਗਾ। ਦੋਹਰਾ ਮਨੀ ਸਿੰਘ ਮਰਨ ਮਾਂਡਿਓ ਸਿੱਖਣ ਸਰਾਪ ਪਛਾਨ। ਭਾਈ ਮਨੀ ਸਿੰਘ ਜੀ ਮਰਨਾ ਮੰਡ ਲਿਆ। ਗੁਰੂ ਪੰਥ ਖਾਲਸੇ ਦਾ ਸਰਾਪ ਸੀਗਾ ਵੀ ਤੇਰੇ ਬੰਦ ਕੱਟੇ ਜਾਣਗੇ। ਉਹਨੂੰ ਵਰ ਰੂਪ ਜਾਣ ਕੇ ਸਿੱਖੀ ਨਿਭਾ ਗਏ। ਚੌਂਕ ਨਿਕਾਸ ਲਾਹੌਰ ਮੈਂ ਚਲਿਓ ਬਜਾਏ ਨਿਸ਼ਾਨ। ਭਾਈ ਸਾਹਿਬ ਜੀ ਲਾਹੌਰ ਦੇ ਨਿਕਾਸ ਚੌਂਕ ਦੇ ਵਿੱਚ ਬੈਠੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋਏ ਨਗਾਰਾ ਵਜਾ ਕੇ ਗਏ ਸੰਸਾਰ ਦੇ ਵਿੱਚ। ਨਗਾਰਾ ਮੈਨੇ ਡੰਕੇ ਦੀ ਚੋਟ ਤੇ ਸ਼ਹੀਦੀ ਪਾ ਗਏ। ਉਹਨਾਂ ਦੇ ਨਗਾਰੇ ਵੱਜ ਰਹੇ ਨੇ, ਗੁਰਦੁਆਰਿਆਂ ਵਿੱਚ ਨਿਸ਼ਾਨ ਝੂਲ ਰਹੇ ਨੇ। ਔਰ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਦਾ ਸ਼ਹੀਦਗੰਜ ਅੱਜ ਵੀ ਮੌਜੂਦ ਹੈ। ਭਾਵੇਂ ਪਾਕਿਸਤਾਨ ਬਣ ਗਿਆ, ਗੁਰਦੁਆਰਾ ਅੱਜ ਵੀ ਹੈ ਉੱਥੇ, ਸ਼ਹੀਦਗੰਜ ਭਾਈ ਮਨੀ ਸਿੰਘ ਜੀ ਦਾ। ਹਾਂਜੀ, ਦੋਹਰਾ ਮਨੀ ਸਿੰਘ ਕੇ ਸਾਥ ਜੋ ਫੜੇ ਸਿੰਘ ਥੇ ਔਰ। ਜਿਹੜੇ ਭਾਈ ਮਨੀ ਸਿੰਘ ਦੇ ਨਾਲ ਉਹਨਾਂ ਦਾ ਪੁੱਤਰ ਚਿੱਤਰ ਸਿੰਘ ਫੜਿਆ ਸੀ, ਗੁਲਜ਼ਾਰ ਸਿੰਘ ਫੜਿਆ ਸੀ, ਹੋਰ ਵੀ ਕਈ 7-8 ਸਿੰਘ ਫੜੇ ਸਨ। ਮਾਰੇ ਚਰਖ ਚੜਾਏ ਕੈ ਚੌਂਕ ਨਿਕਾਸ ਲਾਹੌਰ। ਉਹਨਾਂ ਨੂੰ ਨਿਕਾਸ ਚੌਂਕ ਦੇ ਵਿੱਚ ਚਰਖੜੀਆਂ ਤੇ ਚਾੜ ਕੇ ਪੁੱਠੀਆਂ ਖੱਲਾਂ ਲਾ ਕੇ ਤਸੀਹੇ ਦੇ ਕੇ ਮਾਰ ਦਿੱਤਾ। ਦੋਹਰਾ 1795 ਖਾਨ ਬਹਾਦਰ ਨਵਾਬ। ਇਹ ਖਾਨ ਬਹਾਦਰ ਜ਼ਕਰੀਏ ਖਾਨ ਨੇ 1795 ਚ ਬੜੇ ਜ਼ੁਲਮ ਕੀਤੇ ਨੇ। ਉਨ ਬਹੁ ਦੁੱਖ ਸਿੰਘਨ ਦਇਓ ਪਾਪੀ ਵੱਡੋ ਖਰਾਬ। ਇਹ ਪੰਥ ਦਾ ਵੈਰੀ ਸੀਗਾ। 1795 ਬਿਕਰਮੀ ਹੈ ਤੇ ਈਸਵੀ ਬਣਦਾ ਹੈ 3839 ਦੇ ਨੇੜੇ ਤੇ, ਯਾਨੀ ਕਿ 1735, 36, 37, 38 ਇਹਨਾਂ ਸਾਲਾਂ ਵਿੱਚ ਬੜੇ ਜ਼ੁਲਮ ਜ਼ਕਰੀਆ ਖਾਨ ਨੇ ਕੀਤੇ ਹਨ। ਮਨੀ ਸਿੰਘ ਜਬ ਮਾਰਿਓ ਬੰਦ ਤਿਸਾ ਕਟਾਏ। ਜਦੋਂ ਭਾਈ ਮਨੀ ਸਿੰਘ ਜੀ ਨੂੰ ਬੰਦ ਕੱਟ ਕੇ ਜ਼ਕਰੀਆ ਨੇ ਸ਼ਹੀਦ ਕਰਵਾ ਦਿੱਤਾ। ਔਰ ਸਿੰਘ ਥੇ ਜੋ ਮਰੇ ਕੋ ਸਭ ਸਕੈ ਗਿਨਾਏ। ਹੋਰ ਵੀ ਬੜੇ ਸਿੰਘ ਪਿੰਡਾਂ 'ਚੋਂ ਫੜ ਕੇ ਲਾਹੌਰ ਲਿਆਏ ਜਾਂਦੇ ਸੀਗੇ। ਔਰ ਉਹਨਾਂ ਸਿੰਘਾਂ ਨੂੰ ਇੱਕ ਵਾਰੀ ਕਿਹਾ ਜਾਂਦਾ ਸੀ ਵੀ ਤੁਸੀਂ
ਮੁਸਲਮਾਨ ਬਣਨਾ ਪ੍ਰਵਾਨ ਕਰਦੇ ਹੋ? ਇਸਲਾਮ ਕਬੂਲ ਹੈ? ਉਹ ਕਹਿੰਦੇ ਸੀ ਨਹੀਂ, ਕਿਉਂਕਿ ਸਾਡੇ ਸਤਿਗੁਰਾਂ ਨੇ ਜਿਹੜਾ ਸਾਨੂੰ ਧਰਮ ਦਿੱਤਾ ਸਾਨੂੰ ਜਾਨ ਨਾਲੋਂ ਕਿਤੇ ਜ਼ਿਆਦਾ ਪਿਆਰਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਸੀ ਪੁੱਛਿਆ ਜਾਂਦਾ। ਕਿਸੇ ਨੂੰ ਚਰਖੜੀ ਤੇ ਚਾੜ ਦਿੰਦੇ ਸੀ, ਕਿਸੇ ਦੇ ਬੰਦ ਕੱਢ ਦਿੰਦੇ ਸੀ, ਕਿਸੇ ਦੀ ਖੋਪਰੀ ਲਾਹ ਦਿੰਦੇ ਸੀ, ਕਿਸੇ ਨੂੰ ਆਰੇ ਨਾਲ ਚੀਰ ਦਿੰਦੇ ਸੀ, ਤਸੀਹੇ ਦੇ ਕੇ ਸਿੱਖਾਂ ਨੂੰ ਮਾਰ ਦਿੰਦੇ ਸੀ। ਚਉਪਈ ਕਈ ਚਰਖ ਕਈ ਫਾਂਸੀ ਮਾਰੀ। ਉਹਨਾਂ ਜੋ ਬਹੁਤੇ ਸਿੰਘ ਕਈ ਚਰਖੜੀਆਂ ਤੇ ਚਾੜ ਕੇ ਮਾਰ ਦਿੱਤੇ, ਕਈ ਫਾਂਸੀਆਂ ਤੇ ਲਟਕਾ ਕੇ ਮਾਰ ਦਿੱਤੇ। ਕਈ ਤੋਪਣ ਕਈ ਛੁਰੀ ਕਟਾਰੀ। ਕਈਆਂ ਦੀਆਂ ਬਾਹਾਂ ਬੰਨ੍ਹ ਕੇ ਤੋਪ ਦੇ ਅੱਗੇ ਖੜਾ ਕਰ ਦਿੰਦੇ ਸੀ, ਤੋਪ ਚੱਲਦੀ ਸੀ, ਸਿੰਘ ਉੱਡ ਜਾਂਦਾ ਸੀਗਾ। ਕਈ ਤੋਪਾਂ ਅੱਗੇ ਉਡਾ ਦਿੱਤੇ ਜਿਉਂਦੇ ਹੀ, ਤੇ ਕਈਆਂ ਨੂੰ ਛੁਰੀਆਂ ਤੇ ਕਟਾਰੀਆਂ ਨਾਲ ਕੋਹ ਕੇ ਮਾਰ ਦਿੱਤਾ। ਕਈਆਂ ਕੈ ਸਿਰ ਮੁੰਗਲੀ ਕੁੱਟੇ। ਕਈਆਂ ਨੂੰ ਉਹਨਾਂ ਦੇ ਸਿਰ ਰੱਖ ਕੇ ਨਾ ਥੱਲੇ ਤੇ ਉੱਤੇ ਮੁੰਗਲੀਆਂ ਮਾਰ ਕੇ ਸਿਰ ਫੇਹ ਦਿੱਤੇ। ਜਿਵੇਂ ਕੋਈ ਗੰਢਾ ਫੇਹ ਦਈਦਾ, ਭੰਨ ਦਈਦਾ ਨਾ, ਇਦਾਂ ਮੁੰਗਲੀਆਂ ਦੇ ਨਾਲ ਸਿਰ ਫੇਹ ਦਿੱਤੇ ਜਿਉਂਦੇ ਸਿੱਖਾਂ ਦੇ। ਕਈ ਡੋਬੇ ਕਈ ਘਸੀਟ ਸੋ ਸੁੱਟੇ। ਕਈ ਪਾਣੀ 'ਚ ਡੋਬ ਕੇ ਦੇ ਕੇ ਗੋਤੇ ਦੇ ਕੇ ਮਾਰ ਦਿੱਤੇ। ਤੇ ਕਈਆਂ ਨੂੰ ਘਸੀਟ ਕੇ ਨਾ ਘੋੜਿਆਂ ਦੇ ਪਿੱਛੇ ਹਾਥੀਆਂ ਦੇ ਪੈਰਾਂ ਨਾਲ ਬੰਨ ਕੇ ਘਸੀਟਿਆ, ਘੋੜਿਆਂ ਪਿੱਛੇ ਘਸੀਟਿਆ, ਤੇ ਘਸੀਟ ਕੇ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ। ਦੱਬੇ ਟੰਗੇ ਬੰਦੂਖਣ ਦਏ ਮਾਰ। ਕਈਆਂ ਨੂੰ ਜਿਉ ਧਰਤੀ 'ਚ ਦੱਬ ਦਿੱਤਾ। ਇਹ ਵੀ ਕਥਾ ਆਉਂਦੀ ਹੈ ਵੀ 7 ਸਿੰਘ ਜਿਹੜਾ ਬਾਬਾ ਭਿੱਖਾ ਜੀ ਹੋਏ ਨੇ ਭੱਟ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਨਾ, ਭੱਟ ਭਿੱਖਾ ਜੀ, ਭੱਟਾਂ ਦੇ ਸਵਈਏ, ਉਹਨਾਂ ਦੀ ਔਲਾਦ ਵਿੱਚੋਂ 7 ਭੱਟਾਂ ਨੂੰ ਜ਼ਕਰੀਆ ਖਾਨ ਨੇ ਟੋਆ ਪੱਟ ਕੇ ਤੇ ਥੱਲੇ ਦੱਬ ਕੇ ਉੱਤੇ ਮਿੱਟੀ ਪਾਤੀ ਜਿਉਂਦਿਆਂ ਦੇ ਉੱਤੇ। ਜਿਉਂਦਾ ਬੰਦਾ ਮਿੱਟੀ 'ਚ ਦੱਬਣਾ ਤੇ ਮਾਰ ਦੇਣਾ, ਪਤਾ ਨਹੀਂ ਕਿਵੇਂ ਜਾਨ ਨਿਕਲਣੀ ਹੈ। ਇਸ ਤਰੀਕੇ ਨਾਲ ਭਾਈ ਸਾਹਿਬ ਭਿੱਖੇ ਜੀ ਦੀ ਔਲਾਦ ਵਿੱਚੋਂ 7 ਸਿੰਘਾਂ ਨੂੰ ਜ਼ਕਰੀਆ ਖਾਨ ਨੇ ਇੱਕੋ ਦਿਨ, ਉਹ ਸਾਰੇ ਇੱਕੋ ਪਰਿਵਾਰ ਦੇ ਹੀ ਸਨ, ਪਹਿਲਾਂ ਤਾਂ ਕਿਹਾ ਵੀ ਤੁਸੀਂ ਮੁਸਲਮਾਨ ਬਣ ਜਾਓ, ਪਰ ਉਹ ਕਹਿੰਦੇ ਵੀ ਸਾਡੇ ਗੁਰੂਆਂ ਨੇ ਜਿਹੜਾ ਸਾਨੂੰ ਧਰਮ ਦਿੱਤਾ ਸਾਡੇ ਵਾਸਤੇ ਉਹੀ ਪਿਆਰਾ ਹੈ। ਇਹ ਕਹਿੰਦੇ ਚੰਗਾ ਫਿਰ ਤਿਆਰ ਹੋ ਜਾਓ ਮਰਨ ਵਾਸਤੇ। ਟੋਆ ਪੱਟ ਕੇ ਵਿੱਚ ਲੰਮਿਆਂ ਪਾ ਕੇ ਜ਼ਬਰਦਸਤੀ ਮਿੱਟੀ ਪਾ ਦਿੱਤੀ, ਉੱਤੇ ਦੱਬ ਕੇ ਮਾਰ ਦਿੱਤੇ। ਸੋ ਕਈ ਦੱਬੇ ਟੰਗੇ ਬੰਦੂਖਣ ਦੇ ਮਾਰ, ਕਈ ਦਰਖਤਾਂ ਨਾਲ ਟੰਗ ਛੱਡੇ ਤੇ ਉਹਨਾਂ ਨੂੰ ਪੰਛੀ ਖਾ ਗਏ ਜਿਉਂਦਿਆਂ ਨੂੰ ਹੀ, ਤੇ ਕਈਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਕੌਣ ਗਣੈ ਜੇ ਮਾਰੇ ਹਜ਼ਾਰ। ਕੌਣ ਗਿਣਤੀ ਕਰੇ, 1-2 ਨਹੀਂ, ਸੈਂਕੜੇ ਨਹੀਂ, ਹਜ਼ਾਰਾਂ ਦੀ ਤਦਾਦ ਵਿੱਚ ਜ਼ਕਰੀਆ ਨੇ ਸਿੱਖ ਮਾਰ ਦਿੱਤੇ। ਪਾਂਤ ਕਈ ਪਕੜ ਬਹਾਏ। ਕਈਆਂ ਦੇ ਹੱਥ ਪੈਰ ਬੰਨ੍ਹ ਕੇ ਪੰਗਤਾਂ ਲਾ ਕੇ ਜਿਵੇਂ ਲੰਗਰ ਛਕੀਦਾ ਇਦਾਂ ਬਹਾ ਦਿੰਦਾ ਸੀਗਾ ਵੀ ਲੈਣ 'ਚ ਬਹਿ ਜਾਓ। ਹੱਥ ਪੈਰ ਬੰਨੇ ਹੁੰਦੇ ਸੀਗੇ ਤੇ ਲੈਣਾ ਵਿੱਚ ਬਹਾ ਕੇ ਸਾਥ ਤੇਗਣ ਕੇ ਸੀਸ ਉਡਾਏ। ਜਿਵੇਂ ਬੱਕਰੇ ਵੱਢੀ ਦੇ ਨਾ, ਇਦਾਂ ਤਲਵਾਰਾਂ ਨਾਲ ਫਟਾਫਟ ਸਿਰ ਲਾਈ ਜਾਂਦਾ ਸੀ। ਜਲਾਦਾਂ ਨੂੰ ਲਾ ਦਿੰਦਾ ਸੀ ਵੀ ਵੱਢ ਦਿਓ ਸਿਰ ਇਹਨਾਂ ਦੇ। ਇਦਾਂ ਪੰਗਤਾਂ 'ਚ ਬੈਠੇ ਸਿੱਖਾਂ ਦੇ 10-10, 20-20, 50-50 ਸਿੱਖਾਂ ਦੇ ਇੱਕੋ ਵਾਰੀ ਸਿਰ ਲਾ ਦਿੰਦਾ ਸੀ। ਕਿਸੇ ਹੱਥ ਕਿਸੇ ਟੰਗ ਕਟਵਾਏ। ਕਿਸੇ ਦੀ ਹੱਥ ਵਢਾਉਂਦਾ ਸੀ, ਕਿਸੇ ਦੀ ਲੱਤ ਵਢਾ ਦਿੰਦਾ ਸੀ। ਅੱਖ ਕੱਢ ਕਿਸੇ ਖਲ ਕਢਵਾਏ। ਕਿਸੇ ਦੀਆਂ ਅੱਖਾਂ ਕੱਢ ਦਿੰਦਾ ਸੀ ਤੇ ਕਿਸੇ ਦੀ ਖੱਲ ਪੁੱਠੀ ਲਵਾ ਦਿੰਦਾ ਸੀ ਜ਼ਕਰੀਆ ਖਾਨ। ਕੇਸਨ ਵਾਲੋ ਜੋ ਨਰ ਹੋਈ। ਉਸ ਵੇਲੇ ਉਹਦਾ ਐਲਾਨ ਸੀ ਪੂਰੇ ਪੰਜਾਬ ਦੇ ਵਿੱਚ, ਕੇਸਾਂ ਵਾਲਾ ਜਿਹੜਾ ਵੀ ਹੋਵੇ ਆਦਮੀ, ਬਾਲ ਬਿਰਦ ਲੱਭ ਛੱਡੈ ਨਾ ਕੋਈ। ਭਾਵੇਂ ਉਹ 90 ਸਾਲ ਦਾ ਬੁੱਢਾ ਹੋਵੇ, ਭਾਵੇਂ 4 ਸਾਲ ਦਾ ਬੱਚਾ ਹੋਵੇ, ਕੇਸਾਂ ਵਾਲੇ ਨੂੰ ਨਹੀਂ ਛੱਡਣਾ। ਕੇਸਾਂ ਵਾਲਾ ਕੋਈ ਵੀ ਹੋਵੇ ਫੜ ਕੇ ਲਿਆਓ ਤੇ ਮੇਰੇ ਸਾਹਮਣੇ ਉਹਨੂੰ ਕਤਲ ਕਰ ਦਿਓ। ਜਿਹੜਾ ਸਿਰ ਵੱਢ ਕੇ ਲਿਆਏਗਾ ਕੇਸਾਂ ਵਾਲੇ ਦਾ, ਉਹਨੂੰ 80 ਰੁਪਇਆ ਇਨਾਮ ਦਿੰਦਾ ਸੀ। ਦੋਹਰਾ ਸਿੰਘਨ ਕੈ ਉਨ ਅੱਕ ਪਕੈ, ਵਿੱਚ ਮਾਰਿਓ ਹਕੀਕਤ ਰਾਈ। ਸਾਧ ਸੰਗਤ ਜੀ, ਉਹਨਾਂ ਦਿਨਾਂ ਵਿੱਚ ਹੀ ਬਟਾਲੇ ਦੇ ਰਹਿਣ ਵਾਲੇ ਭਾਈ ਹਕੀਕਤ ਰਾਏ ਜੀ ਨੂੰ ਵੀ ਸ਼ਹੀਦ ਕਰ ਦਿੱਤਾ, ਕਿਉਂਕਿ ਉਹ ਸਿੱਖਾਂ ਦੇ ਨਾਲ ਉਹਦੀ ਰਿਸ਼ਤੇਦਾਰੀ ਸੀ। ਉਹਦਾ ਸਹੁਰੇ ਪਰਿਵਾਰ ਭਾਈ ਕਿਸ਼ਨ ਸਿੰਘ ਹੋਰੀ ਅੰਮ੍ਰਿਤਧਾਰੀ ਸਿੱਖ ਸਨ। ਹਕੀਕਤ ਰਾਏ ਸਹਿਜਧਾਰੀ ਪਰਿਵਾਰ 'ਚੋਂ ਗੁਰੂ ਘਰ ਨੂੰ ਮੰਨਣ ਵਾਲਾ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ, ਤੇ 17 ਕੁ ਸਾਲ ਦਾ ਉਹ ਅਜੇ ਨੌਜਵਾਨ ਸੀ।
ਮਦਰਸੇ 'ਚ ਪੜ੍ਹਦਾ ਸੀ ਤੇ ਉਹਨੂੰ ਮਦਰਸੇ 'ਚ ਪੜ੍ਹਦੇ ਨੂੰ ਸਾਧ ਸੰਗਤ ਜੀ ਮੁਸਲਮਾਨ ਵਿਦਿਆਰਥੀਆਂ ਨੇ ਦੇਵੀ ਮਾਤਾ ਦਾ ਨਾਮ ਲੈ ਕੇ ਗਾਲ ਕੱਢੀ। ਉਹਨੇ ਅੱਗੋਂ ਰੋਕਿਆ ਵੀ ਭਾਈ ਦੇਵੀ ਦੇਵਤੇ ਸਾਰਿਆਂ ਦੇ ਸਾਂਝੇ ਹੁੰਦੇ ਆ, ਮਾੜਾ ਨਾ ਬੋਲੋ। ਉਹ ਫੇਰ ਹਟੇ ਨਹੀਂ, ਅੱਗੋਂ ਫਿਰ ਹਕੀਕਤ ਰਾਏ ਨੇ ਵੀ ਜਵਾਬ ਦਿੱਤਾ। ਜਦੋਂ ਜਵਾਬ ਦਿੱਤਾ ਤੇ ਉਹਨਾਂ ਨੇ ਫਤਵਾ ਲਵਾਤਾ ਵੀ ਇਹ ਤੇ ਸ਼ਰਅ ਨੂੰ ਗਾਲਾਂ ਕੱਢਦਾ, ਇਸਲਾਮ ਨੂੰ ਗਾਲਾਂ ਕੱਢਦਾ। ਤੇ ਭਾਈ ਹਕੀਕਤ ਰਾਏ ਜੀ ਨੂੰ ਨਖਾਸ ਚੌਂਕ ਲਾਹੌਰ ਲਿਜਾ ਕੇ ਬਸੰਤ ਪੰਚਮੀ ਵਾਲੇ ਦਿਨ ਉਹਨਾਂ ਦੀ ਗਰਦਨ ਉਤਾਰ ਦਿੱਤੀ, ਨੌਜਵਾਨ ਨੂੰ ਸ਼ਹੀਦ ਕਰ ਦਿੱਤਾ। ਇਦਾਂ ਇੱਕ ਨਹੀਂ, ਬਹੁਤ ਸਾਰੇ ਹਿੰਦੂ ਤੇ ਸਹਿਜਧਾਰੀ ਸਿੱਖ, ਅੰਮ੍ਰਿਤਧਾਰੀ ਸਿੰਘ ਸਾਰੇ ਜ਼ਕਰੀਏ ਨੇ ਮਰਵਾ ਦਿੱਤੇ। ਜੈਸੇ ਬਣਿਓ ਮਾਸ ਹਿਤ ਖਾਵਤ ਰੋੜ ਬਣਾਏ। ਜਿਵੇਂ ਕਹਿੰਦੇ ਬਾਣੀਆਂ ਨਾ, ਮਾਸ ਖਾਣ ਨੂੰ ਜੀ ਕਰਦਾ ਸੀ ਉਹਦਾ, ਪਰ ਖਰਚਾ ਨਹੀਂ ਸੀ ਕਰ ਸਕਦਾ। ਤੇ ਉਹਨੇ ਕੀ ਕੀਤਾ, ਆਪਣੀ ਤੌੜੀ ਦੇ ਵਿੱਚ ਨਾ ਰੋੜੇ ਪਾ ਲਏ ਤੇ ਉੱਤੋਂ ਹਲਦੀ ਮਿਰਚ ਲੂਣ ਮਸਾਲਾ ਪਾ ਕੇ ਤੜਕਾ ਲਾ ਕੇ ਉਹ ਰੋੜਾਂ ਨੂੰ ਚੂਸਦਾ ਰਿਹਾ ਵੀ ਮੈਂ ਮਾਸ ਵਾਲਾ ਸਵਾਦ ਆ ਜਾਵੇ। ਯਾਨੀ ਕਹਿਣ ਦਾ ਮਤਲਬ ਹੈ ਵੀ ਸਿੱਖ ਦੇ ਲੱਭਦੇ ਨਹੀਂ ਸੀ ਛੇਤੀ, ਜਦੋਂ ਤਾਂ ਖਾੜਕੂ ਸ਼ਸਤਰਧਾਰੀ ਲੰਘ ਜਾਂਦੇ ਸੀਗੇ ਉਹਦਾ ਨਹੀਂ ਸੀ ਛੇਤੀ ਕਾਬੂ ਆਉਂਦੇ। ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਨਾ, ਗਰੀਬ ਸਿੱਖ ਸਹਿਜਧਾਰੀ ਹਿੰਦੂ ਵਿਚਾਰੇ, ਉਹਨਾਂ ਨੂੰ ਫੜ ਕੇ ਲਿਆਉਂਦਾ ਸੀ, ਉਹਨਾਂ ਉੱਤੇ ਗੁੱਸਾ ਕੱਢ ਦਿੰਦਾ ਸੀ। ਜੈਸੇ ਸਾਲਨ ਹਿਤ ਬਾਣੀਓ ਰੋਰਨ ਖਾਦ ਬਣਾਏ, 10ਵੇਂ ਪਾਤਸ਼ਾਹ ਦੀ ਬਾਣੀ ਹੈ। ਮਹਾਰਾਜ ਕਹਿੰਦੇ ਜਿਵੇਂ ਬਾਣੀਆਂ ਨਾ ਖਾਣ ਵਾਸਤੇ ਮਾਸ ਮਹਾਂਪ੍ਰਸ਼ਾਦ, ਤੇ ਉਹ ਤੇ ਖਰਚਾ ਨਹੀਂ ਕਰਨਾ ਚਾਹੁੰਦਾ ਵੀ ਉਹ ਮਹਿੰਗਾ ਆਉਂਦਾ, ਤੇ ਉਹ ਕਹਿੰਦਾ ਵੀ ਰੋੜ ਪਾ ਲਓ ਤੇ ਰੋੜਾਂ ਨੂੰ ਹਲਦੀ ਮਸਾਲਾ ਲਾ ਕੇ ਤੇ ਚੂਸ ਲਓ, ਕਹਿੰਦੇ ਬਸ ਕੰਮ ਬਣ ਗਿਆ। ਇਹ ਸੀ ਜ਼ਕਰੀਏ ਦੀ ਹਾਲਤ ਵੀ ਸਿੰਘ ਤੇ ਲੱਭਦੇ ਨਹੀਂ ਸੀਗੇ, ਤੇ ਉਹਦੀ ਥਾਂ ਤੇ ਉਹ ਸਿੰਘਾਂ ਦੇ ਪਰਿਵਾਰਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ, ਭੈਣਾਂ ਨੂੰ ਔਰ ਵੀ ਸਿੰਘਾਂ ਦੇ ਬਜ਼ੁਰਗਾਂ ਨੂੰ, ਰਿਸ਼ਤੇਦਾਰਾਂ ਨੂੰ ਮਰਵਾ ਦਿੰਦਾ ਸੀ। ਚਉਪਈ ਜਬੈ ਖਾਲਸੇ ਬਹੁ ਦੁਖ ਦਇਓ। ਇਸ ਤਰ੍ਹਾਂ ਜਦੋਂ ਖਾਲਸੇ ਨੂੰ ਵੱਡੇ ਭਾਰੀ ਦੁੱਖ ਤਸੀਹੇ ਦਿੱਤੇ, 4 ਕੁੰਟ ਮੈਂ ਛੋਰ ਸੋ ਭਇਓ। ਚਾਰੇ ਪਾਸੇ ਰੌਲਾ ਪੈ ਗਿਆ। ਖਾਲਸਾ ਜੀ ਉਸ ਸਮੇਂ ਮਹਾਰਾਜ ਦੇ ਦਰਬਾਰ 'ਚ ਵੀ ਫਰਿਆਦ ਸੁਣੀ ਗਈ, ਕਿਉਂਕਿ ਜਦੋਂ ਕੋਈ ਬੰਦਾ ਅੱਤ ਕਰਦਾ ਨਾ, ਕਹਿੰਦੇ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਜੀ। ਇਹ ਸਿਆਣਿਆਂ ਦੀ ਕਹਾਵਤ ਹੈ ਵੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਜੀ। ਭਾਈ ਮਨੀ ਸਿੰਘ ਦੀ ਸ਼ਹੀਦੀ ਅੱਤ ਸੀਗੀ, ਤੇ ਬੇਗੁਨਾਹਾਂ ਦੀਆਂ ਸ਼ਹੀਦੀਆਂ, ਬੇਗੁਨਾਹ ਦੀਆਂ ਆਵਾਜ਼ਾਂ ਉਸ ਦਰਗਾਹ 'ਚ ਪਹੁੰਚ ਗਈਆਂ। ਉਹ ਅਕਾਲ ਪੁਰਖ ਨੇ ਸੁਣ ਲਈਆਂ। ਈਰਾਨ ਤੋਂ ਇੱਕ ਮਹਾਬਲੀ ਤੁਰਿਆ ਜਿਸ ਦਾ ਨਾਮ ਸੀ ਨਾਦਰ ਸ਼ਾਹ। ਉਹ ਨਾਦਰ ਸ਼ਾਹ 2.5 ਲੱਖ ਫੌਜ ਲੈ ਕੇ ਹਿੰਦੁਸਤਾਨ ਤੇ ਚੜ੍ਹਿਆ। ਜਿਹੜਾ ਜ਼ਕਰੀਆ ਸਿੱਖਾਂ ਦਾ ਵੈਰੀ ਬਣਿਆ ਸੀ, ਉਹਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਦਿੱਲੀ ਵਾਲਿਆਂ ਨੂੰ ਆਪਣਾ ਫਿਕਰ ਪੈ ਗਿਆ ਵੀ ਸਾਡੇ ਤੇ ਹਮਲਾ ਹੋ ਗਿਆ ਬਾਹਰਲੇ ਮੁਲਕ ਤੋਂ, ਈਰਾਨ ਇਰਾਕ ਵੱਲੋਂ। ਉਹ ਭਾਰੀ ਫੌਜ ਕਾਬਲ ਤੋਂ ਹੁੰਦੀ ਹੋਈ ਪਿਸ਼ਾਵਰ, ਜਲਾਲਾਬਾਦ, ਮੁਲਤਾਨ, ਲਾਹੌਰ ਨੂੰ ਫਤਿਹ ਕਰਦੀ ਦਿੱਲੀ ਪਹੁੰਚੀ। ਨਾਦਰ ਦੇ ਆਉਣ ਨਾਲ ਸਿੰਘਾਂ ਨੂੰ ਬੜਾ ਫਾਇਦਾ ਹੋਇਆ। ਜਿਹੜੇ ਸਿੰਘ ਵਿਚਾਰੇ ਖਿੰਡੇ ਫੁੰਡੇ ਫਿਰਦੇ ਸੀ, ਜਾਨਾਂ ਬਚਾਉਂਦੇ, ਲੁਕਦੇ ਛਿਪਦੇ, ਇੱਕਦਮ ਇਕੱਠੇ ਹੋ ਗਏ ਤੇ ਪੰਜਾਬ ਤੋਂ ਥੋੜੀ ਸਾਈਡ ਤੇ ਹੋ ਗਏ ਵੀ ਨਾਦਰ ਨੂੰ ਲੰਘ ਜਾਣ ਦਈਏ। ਉਹ ਨਾਦਰ ਦੇ ਆਉਣ ਦਾ ਸਿੱਖਾਂ ਨੂੰ ਕੀ ਫਾਇਦਾ ਹੋਇਆ, ਉਹਦੀ ਕਥਾ ਭਾਈ ਸਾਹਿਬ ਜੀ ਅਗਲੇ ਪ੍ਰਕਰਣ ਵਿੱਚ ਸਰਵਣ ਕਰਾਉਣਗੇ। ਕੱਲ ਦੀਪਮਾਲਾ ਦਾ ਜੋ ਬੰਦੀ ਛੋੜ ਦਿਹਾੜਾ ਹੈ 6ਵੇਂ ਪਾਤਸ਼ਾਹ ਮਹਾਰਾਜ ਦਾ, ਉਹ ਸਾਰਿਆਂ ਨੇ ਮਨਾਣਾ। ਹਾਜ਼ਰੀਆਂ ਭਰਨੀਆਂ ਨੇ, ਕਥਾ ਕੀਰਤਨ ਸਰਵਣ ਕਰਨਾ। ਸਾਧ ਸੰਗਤ ਜੀ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ। ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ